बिस्मिल्लाहिर्रहमानिर्रहीम। ਜਿਹੜਾ ਤੁਸੀਂ ਸੁਣ ਰਹੇ ਹੋ FM 99.4 पंजाब रंग रावलपिंडी ਤੇ मैं ਤੁਹਾਡੀ मेज़बान डॉक्टर ज़िले हुमा। मुझे डरा नहीं सकती फिजा की तारीकी, मेरी सरिश्त में है पाकी और दुरुखशानी। तू ए मुसाफिर शब खुद चिराग बन अपना, कर अपनी रात को दागे जिगर से नूरानी। ये इलामा मोहम्मद इकबाल साहब का जो आज है 84वां हम योम वफात आज मना रहे हैं। ਅਸੀਂ ਜਿਹੜਾ ਇਲਾਮਾ ਮੁਹੰਮਦ ਇਕਬਾਲ ਸਾਹਿਬ ਜਿਹੜੇ ਨੇ ਉਹਨਾਂ ਦਾ 84ਵਾਂ ਯੋਮੇ ਵਫਾਤ ਹੈ ਜਿਹੜਾ ਉਹ ਅੱਜ 21 ਅਪ੍ਰੈਲ ਨੂੰ ਮਨਾ ਰਹੇ ਹਾਂ। ਇਲਾਮਾ ਮੁਹੰਮਦ ਇਕਬਾਲ ਜਿਹੜੇ ਨੇ ਉਹ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈ। ਇਲਾਮਾ ਮੁਹੰਮਦ ਇਕਬਾਲ ਹੋਰਾਂ ਨੇ ਜਿਹੜਾ ਪਾਕਿਸਤਾਨ ਦਾ ਤਸੱਵੁਰ ਪੇਸ਼ ਕੀਤਾ ਤੇ ਬਰਸਗੀਰ ਦੇ ਮੁਸਲਮਾਨਾਂ ਦੀ ਜਦੋਜਹਿਦ ਆਜ਼ਾਦੀ ਨੂੰ ਪਹਿਲੀ ਵਾਰੀ ਬਕਾਇਦਾ ਸ਼ਕਲ ਦਿੱਤੀ। ਇਹਨਾਂ ਦੇ ਨਾਲ ਨਾਲ ਇਹਨਾਂ ਨੇ ਆਲਮੇ ਇਸਲਾਮ ਦੇ ਇੱਕ ਮੰਨੇ ਪਰਮੰਨੇ ਫਲਸਫੀ ਤੇ ਮੁਫੱਕਰ ਦੀ ਹਸੀਅਤ ਵੀ ਰੱਖਦੇ ਨੇ। ਮੌਲਾਨਾ ਸਾਹਿਬ ਇਲਾਮਾ ਮੁਹੰਮਦ ਇਕਬਾਲ ਜਿਹੜੇ ਨੇ ਇਹਨਾਂ ਨੇ ਫਲਸਫਾ ਖੁਦ ਹੀ ਪੇਸ਼ ਕੀਤਾ, ਠੀਕ ਹੈ। ਤੇ ਇਹਨਾਂ ਨੇ ਮੌਲਾਨਾ ਜਲਾਲੁੱਦੀਨ ਰੂਮੀ ਵਾਂਗ ਜਿਹੜਾ ਕੁਰਾਨ ਨੂੰ ਆਪਣਾ ਰਹਿਬਰ ਬਣਾਇਆ ਤੇ ਅਸੀਂ ਉਹਨਾਂ ਦੀ ਸ਼ਾਇਰੀ ਵੇਖੀਏ ਤੇ ਸਾਨੂੰ ਉਹਨਾਂ ਦੀ ਸ਼ਾਇਰੀ ਵਿੱਚ ਵੀ ਜਿਹੜਾ ਸੂਫੀਆਨਾ ਇੱਕ ਉਨਸਰ ਹੈ ਉਹ ਸਾਨੂੰ ਬੜਾ ਵਾਜ਼ੇ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਜਿਹੜੇ ਮਗਰਬੀ ਮੁਫੱਕਰ ਨੇ ਉਹਨਾਂ ਦੀਆਂ ਫਲਸਫਿਆਂ ਤੇ ਵੀ ਸਾਨੂੰ ਇਲਾਮਾ ਇਕਬਾਲ ਦੇ ਜਿਹੜੇ ਫਲਸਫਾ ਹੈ ਉਹਦੀ ਇੱਕ ਛਾਪ ਨਜ਼ਰ ਆਉਂਦੀ ਹੈ। ਜਿਹੜਾ ਇਲਾਮਾ ਮੁਹੰਮਦ ਇਕਬਾਲ ਨੇ ਜਿਹੜੇ ਇਹਨਾਂ ਨੇ ਮੁਸਲਮਾਨਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਤੇ ਜਿਹੜਾ ਫਿਰਕਾ ਵਰਾਨਾ ਜਿਹੜਾ ਨਸਲੀ ਤੇ ਤਫਰੀਕ ਹੈ ਇਹਨੂੰ ਇੱਕ ਸਾਈਡ ਤੇ ਰੱਖ ਕੇ ਤੇ ਉਹਨਾਂ ਨੇ ਸਾਨੂੰ ਮੁਤਹਿਦ ਰਹਿਣ ਦੀ ਤੇ ਇੱਕਮਿਕ ਹੋ ਜਾਣ ਦੀ ਜਿਹੜੀ ਇਹ ਤਲਕੀਨ ਕੀਤੀ ਹੈ ਆਪਣੇ ਕਲਾਮ ਦੇ ਜ਼ਰੀਏ, ਆਪਣੇ ਫਲਸਫੇ ਦੇ ਜ਼ਰੀਏ। ਇਹਨਾਂ ਦੇ ਦਿਲ ਵਿੱਚ ਬਰਸਗੀਰ ਲਈ ਨਹੀਂ ਸਿਰਫ ਬਲਕਿ ਪੂਰੇ ਆਲਮੇ ਇਸਲਾਮ ਲਈ ਤੜਪ ਸੀ। ਸਿਰਫ ਉਹਨਾਂ ਨੇ ਬਰਸਗੀਰ ਦੇ ਮੁਸਲਮਾਨਾਂ ਨੂੰ ਇਸਲਾਮ ਦੇ ਧਾਰੇ ਵਿੱਚ ਨਹੀਂ ਸਮਝਿਆ ਬਲਕਿ ਪੂਰੀ ਦੁਨੀਆ ਤੇ ਜਿੰਨੇ ਵੀ ਮੁਸਲਮਾਨ ਪਾਏ ਜਾਂਦੇ ਨੇ ਉਹਨਾਂ ਦੇ ਦਿਲ ਵਿੱਚ ਹਰ ਕਿਸੇ ਲਈ ਜਿਹੜਾ ਹੈ ਤੜਪ ਪਾਈ ਜਾਂਦੀ ਸੀ। ਤੇ ਇਕਬਾਲ ਸਾਹਿਬ ਜਿਹੜੇ ਨੇ ਇਹਨਾਂ ਦਾ 21 ਅਪ੍ਰੈਲ 1938 ਨੂੰ 61 ਸਾਲ ਦੀ ਉਮਰ ਵਿੱਚ ਉਹਨਾਂ ਨੇ ਵਫਾਤ ਪਾਈ ਹੈ ਤੇ ਜਿਹੜਾ ਹੈ ਉਹਨਾਂ ਨੂੰ ਬਾਦਸ਼ਾਹੀ ਮਸਜਿਦ ਜਿਹੜੀ ਉਹਦੇ ਹਾਤੇ ਵਿੱਚ ਦਫਨ ਕੀਤਾ ਗਿਆ ਹੈ। ਇਹ ਤੇ ਐਡਾ ਛੋਟਾ ਤਾਰੁਫ ਹੈ। ਇਕਬਾਲ ਦਾ ਤਾਰੁਫ ਤੇ ਜੇ ਕਰਾਉਣ ਲੱਗ ਪਈਏ ਤੇ ਕਿਤਾਬਾਂ ਜਿਹੜੀਆਂ ਨੇ ਉਹ ਵੀ ਘੱਟ ਪੈ ਜਾਂਦੀਆਂ ਨੇ ਕਿ ਇਕਬਾਲ ਜਿਹੜੇ ਨੇ ਉਹ ਕਿਸੇ ਵੀ ਤਾਰਫ ਦੇ ਮੁਹਤਾਜ ਬਹਰਹਾਲ ਨਹੀਂ ਹੈ। ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਜਿਹੜਾ ਇਲਾਮਾ ਮੁਹੰਮਦ ਇਕਬਾਲ ਸਾਹਿਬ ਦੇ ਫਲਸਫੇ ਤੇ ਉਹਨਾਂ ਦੇ ਖੁਦੀ ਦੇ ਫਲਸਫੇ ਤੇ ਉਹਨਾਂ ਨੇ ਜਿਹੜਾ ਮੁਸਲਮਾਨਾਂ ਨੂੰ ਝੰਜੋੜਨ ਲਈ ਜਿਹੜਾ ਇੱਕ ਰੈਵੋਲੂਸ਼ਨ ਇੱਕ ਦਿੱਤਾ ਹੈ ਮੁਸਲਮਾਨਾਂ ਨੂੰ ਤੇ ਜਿਹਨੂੰ ਪੂਰੀ ਦੁਨੀਆ ਨੇ ਕਾਪੀ ਵੀ ਕੀਤਾ ਜਿਹੜਾ ਉਹਨਾਂ ਦੇ ਫਲਸਫੇ ਨੂੰ ਉਹਦੇ ਤੇ ਗੱਲ ਕਰਾਂਦੇ ਤੇ ਗੱਲਬਾਤ ਕਰਨ ਲਈ ਅਸੀਂ ਅੱਜ ਮਹਿਮਾਨ ਬੁਲਾਇਆ ਹੈ ਜਿਹੜਾ ਹੈ ਮਿਸ ਮਲਿਕਾ ਰਜ਼ਵਾਨਾ। ਇਹਨਾਂ ਦਾ ਤਾਲੁਕ ਆਪਣਾ ਜਿਹੜਾ ਹੈ ਇਹ ਇਕਬਾਲੀਆਤ ਨਾਲ ਹੈ। ਇਕਬਾਲੀਆਤ ਦੇ ਹਵਾਲੇ ਨਾਲ ਬਹੁਤ ਸਾਰੇ ਕੋਰਸਿਸ ਜਿਹੜੇ ਨੇ ਉਹ ਇਹਨਾਂ ਨੇ ਡਿਜ਼ਾਈਨ ਕੀਤੇ ਨੇ ਤੇ ਇਹਨਾਂ ਦਾ ਆਪਣਾ ਤਾਲੁਕ ਵੀ ਪੜ੍ਹਨ ਤੇ ਪੜ੍ਹਾਉਣ ਦੇ ਸ਼ੋਬੇ ਨਾਲ ਹੈ ਤੇ ਇਹਨਾਂ ਦਾ ਮਾਸਟਰਸ ਹੈ ਜਿਹੜਾ ਉਹ ਫਾਰਸੀ ਅਦਬ ਵਿੱਚ ਹੈ ਕਿਉਂਕਿ ਇਲਾਮਾ ਇਕਬਾਲ ਦੀ ਜਿਹੜੀ ਸ਼ਾਇਰੀ ਹੈ ਉਹਦਾ ਇੱਕ ਬੜਾ ਹਿੱਸਾ ਹੈ ਜਿਹੜਾ ਉਹ ਫਾਰਸੀ ਵਿੱਚ ਵੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹ ਸ਼ਾਇਰੀ ਵੀ ਕਰਦੇ ਨੇ ਤੇ ਸ਼ੇਰ ਨੂੰ ਸਮਝਣ ਲਈ ਵੀ ਜਿਹੜਾ ਇੱਕ ਇਲਮ ਚਾਹੀਦਾ ਹੈ ਕਹਿ ਲਓ ਕਿ ਇੱਕ ਸਤਹੀ ਇਲਮ ਤੋਂ ਥੋੜਾ ਜਿਹਾ ਉੱਤੇ ਜਿਹੜਾ ਇੱਕ ਇੰਟੈਲੈਕਚੁਅਲ ਦਾ ਇਲਮ ਹੈ। ਇੱਕ ਇੰਟੈਲੈਕਚੁਅਲ ਜਿਹੜਾ ਹੈ ਉਹ ਜਿਸ ਤਰ੍ਹਾਂ ਕਿ ਪੋਇਟਰੀ ਨੂੰ ਸਮਝ ਸਕਦਾ ਹੈ, ਸ਼ਾਇਰੀ ਨੂੰ ਸਮਝ ਸਕਦਾ ਹੈ, ਇਹ ਇਹਦੇ ਤੇ ਵੀ ਅਬੂਰ ਰੱਖਦੀਆਂ ਨੇ। ਅਸੀਂ ਜਿਹੜਾ ਇਹ ਪ੍ਰੋਗਰਾਮ 'ਚ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਿਹੜਾ ਇਹ ਤੁਸੀਂ ਜੇ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ FM ਪੰਜਾਬ ਰੰਗ ਰਾਵਲਪਿੰਡੀ ਦਾ ਫੇਸਬੁੱਕ ਪੇਜ ਹੈ ਉਹਦੇ ਤੇ ਤੁਸੀਂ ਸਾਨੂੰ ਲਿਖ ਸਕਦੇ ਹੋ। ਤੁਹਾਡਾ ਕੋਈ ਸਵਾਲ ਹੈ ਮਿਸ ਮਲਿਕਾ ਰਜ਼ਵਾਨਾ ਨਾਲ ਤੇ ਤੁਸੀਂ ਉਹ ਵੀ ਪੁੱਛ ਸਕਦੇ ਹੋ। ਤੁਸੀਂ ਆਪਣਾ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਕਮੈਂਟ ਦੇਣਾ ਚਾਹੁੰਦੇ ਹੋ, ਉਹ ਵੀ ਤੁਸੀਂ ਜਿਹੜਾ ਹੈ ਦੇ ਸਕਦੇ ਹੋ। ਇਸ ਵੇਲੇ ਜਿਹੜਾ ਅਸੀਂ ਬਕਾਇਦਾ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਜਿਹੜਾ ਹੈ ਇੱਕ ਕਲਾਮੇ ਇਕਬਾਲ ਸੁਣਨੇ ਆ ਯਾ ਰੱਬ ਦਿਲੇ ਮੁਸਲਿਮ ਤੇ ਮੁੜ ਕੇ ਅਸੀਂ ਵਾਪਸ ਆਉਂਦੇ ਹਾਂ ਤੇ ਫਿਰ ਮਿਸ ਮਲਿਕਾ ਨਾਲ ਬਕਾਇਦਾ ਜਿਹੜਾ ਆਪਣੀ ਬਾਤਚੀਤ ਜਿਹੜਾ ਇਹ ਗੱਲਬਾਤ ਜਿਹੜਾ ਉਹ ਸ਼ੁਰੂ ਕਰਨੇ ਆ ਤੇ ਇਹਨਾਂ ਦੇ ਨੌਲੇਜ ਤੋਂ ਜਿਹੜਾ ਇਹ ਫੈਜ਼ ਹਾਸਲ ਕਰਨੇ ਆ ਤੇ ਕਲਾਮ ਜਿਹੜਾ ਹੈ ਉਹ ਸੁਣੋ ਤੇ ਉਸ ਤੋਂ ਬਾਅਦ ਮੁੜ ਕੇ ਆਉਂਦੇ ਆ।
ਇਸਲਾਮਾਬਾਦ, ਰਾਵਲਪਿੰਡੀ ਤੇ ਇਰਦ ਗਿਰਦ ਦੇ ਇਲਾਕਿਆਂ ਨੂੰ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ तमाम ਲੋਕਾਂ ਨੂੰ ਜਿਹੜਾ ਜੀ ਆਇਆਂ ਨੂੰ ਕਹਿੰਦੇ ਆ ਖੁਸ਼ ਆਮਦੀਦ। ਤੇ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿੱਲੇ ਹੁਮਾ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇਲਾਮਾ ਮੁਹੰਮਦ ਇਕਬਾਲ ਸਾਹਿਬ ਤੇ ਉਹਨਾਂ ਦੇ ਫਲਸਫਾ ਯਹੂਦੀ ਹੈ ਜਿਹੜਾ ਉਹਦੇ ਤੇ, ਉਹਨਾਂ ਰੂਹਾਨੀਅਤ ਜਿਹੜੀ ਹੈ ਉਹਦੇ ਤੇ ਜਿਹੜਾ ਕੰਮ ਕੀਤਾ ਹੈ। ਤੇ ਇਹਦੇ ਲਈ ਅਸੀਂ ਅੱਜ ਆਪਣੇ ਜਿਹੜੇ ਮਹਿਮਾਨ ਨੇ ਜਿਨ੍ਹਾਂ ਨੂੰ ਅਸੀਂ ਵੈਲਕਮ ਕਹਿੰਦੇ ਆ, ਜੀ ਆਇਆਂ ਨੂੰ ਕਹਿੰਦੇ ਆ, ਉਹ ਨੇ ਮਿਸ ਮਲਿਕਾ ਰਿਜ਼ਵਾਨਾ। ਮਿਸ ਮਲਿਕਾ ਰਿਜ਼ਵਾਨਾ ਸਾਹਿਬਾ ਜਿਹੜੇ ਨੇ ਇਹਨਾਂ ਦਾ ਜਿਹੜਾ ਇਹ ਤਾਰੁਫ ਮੈਂ ਪ੍ਰੋਗਰਾਮ 'ਚ ਜਿਹੜਾ ਇਹ ਅਸੀਂ ਕਲਾਮ ਇਕਬਾਲ ਸੁਣਨ ਤੋਂ ਪਹਿਲਾਂ ਵੀ ਕਰਵਾ ਚੁੱਕੀ ਹਾਂ ਕਿ ਇਹ ਸ਼ੋਭਾ ਇਕਬਾਲੀਆਤ ਨਾਲ ਇਹਨਾਂ ਦਾ ਤਾਲੁਕ ਹੈ, ਸ਼ਾਇਰੀ ਨਾਲ ਵੀ ਇਹਨਾਂ ਦਾ ਲਗਾਓ ਹੈ, ਇਹ ਸ਼ਾਇਰੀ ਕਰਦੀਆਂ ਵੀ ਨੇ। ਤੇ ਮਿਸ ਮਲਿਕਾ ਰਿਜ਼ਵਾਨਾ ਜਿਹੜੇ ਇਹ ਜਿਹੜਾ ਇਹ ਸ਼ਾਇਰੀ ਨੂੰ ਇੱਕ ਸਤਹੀ ਜਿਹੜਾ ਇੱਕ ਬੰਦਾ ਹੈ ਸ਼ਾਇਰੀ ਪੜ੍ਹਨ ਵਾਲਾ ਜਾਂ ਸਮਝਣ ਵਾਲਾ ਉਹਦੇ ਤੋਂ ਬਿਹਤਰ ਸਾਨੂੰ ਸਮਝਦੇ ਨੇ। ਤੇ ਇਹਨਾਂ ਨੂੰ ਅਸੀਂ ਆਪਣੇ ਸਟੂਡੀਓ ਵਿੱਚ ਬੁਲਾਇਆ, ਇਹਨਾਂ ਨੂੰ ਖੁਸ਼ਾਮਦੀਦ ਕਹਿੰਦੇ ਆ ਮਿਸ ਮਲਿਕਾ ਰਿਜ਼ਵਾਨਾ। ਬਹੁਤ ਜਿਹੜਾ ਹੈ ਤੁਹਾਨੂੰ ਅਸੀਂ ਵੈਲਕਮ ਕਹਿੰਦੇ ਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਂ ਦਿਲ ਦੀਆਂ ਗਹਿਰਾਈਆਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਮੈਨੂੰ ਇੰਨੇ ਅੱਛੇ ਮੌਜੂ ਤੇ ਔਰ ਇੰਨੀ ਵੱਡੀ ਹਸਤੀ ਦੇ ਬਾਰੇ 'ਚ ਗੱਲਬਾਤ ਕਰਨ ਦਾ ਮੌਕਾ ਦਿੱਤਾ। ਔਰ ਮੈਂ ਇਸ ਆਪਣੇ ਆਪ ਨੂੰ ਇੰਨਾ ਸਮਝਦੀ ਨਹੀਂ ਵੱਡਾ ਕਿ ਮੈਂ ਮਤਲਬ ਇਕਬਾਲ ਨੂੰ ਸਮਝਣ ਵਾਸਤੇ ਤੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਜਿਹੜਾ ਰਿਸਰਚ ਦੀ ਜ਼ਰੂਰਤ ਹੈ। ਮੈਂ ਤੇ ਇੱਕ ਮਾਮੂਲੀ ਜਿਹਾ ਕੰਮ ਕੀਤਾ ਹੈ ਔਰ ਤੁਸੀਂ ਮੈਨੂੰ ਬੁਲਾਇਆ। ਮੈਂ ਫਿਰ ਇੱਕ ਵਾਰੀ ਫਿਰ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਇਹ ਮੌਜੂ ਬੜਾ ਜ਼ਬਰਦਸਤ ਹੈ ਔਰ ਸਾਡੀਆਂ ਬੱਚਿਆਂ ਨੂੰ ਇਹਦੇ ਬਾਰੇ 'ਚ ਮਾਲੂਮ ਹੋਣਾ ਚਾਹੀਦਾ, ਕਿਉਂਕਿ ਜਿਹੜੀਆਂ ਕੌਮਾਂ ਆਪਣੇ ਲੀਡਰਾਂ ਨੂੰ, ਆਪਣੇ ਵੱਡੇ ਲੋਕਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਬਣਾਉਣ ਵਿੱਚ ਆਪਣਾ ਬੜਾ ਵੱਡਾ ਕਿਰਦਾਰ ਅਦਾ ਕੀਤਾ, ਉਹਨਾਂ ਨੂੰ ਅਗਰ ਭੁੱਲ ਜਾਣਗੀਆਂ ਤੇ ਫਿਰ ਦੁਨੀਆ ਵੀ ਉਹਨਾਂ ਨੂੰ ਭੁੱਲ ਜਾਏਗੀ। ਤੇ ਅੱਜ ਜਿਹੜੀ ਹੈ ਜਿੰਨੀ ਜ਼ਰੂਰਤ ਇਕਬਾਲੀਆਤ ਨੂੰ ਸਮਝ, ਉਹਨਾਂ ਦੇ ਅਫਕਾਰ, ਅਲਾਮਾ ਇਕਬਾਲ ਦੇ ਅਫਕਾਰ ਨੂੰ ਸਮਝਣ ਦੀ ਜਿੰਨੀ ਅੱਜ ਜ਼ਰੂਰਤ ਹੈ, ਪਹਿਲੇ ਮੇਰਾ ਖਿਆਲ ਹੈ ਕਦੀ ਨਹੀਂ ਸੀ। ਪਹਿਲੇ ਵੀ ਜਿਹੜੇ ਸਮਝਣ ਵਾਲੇ ਨੇ ਉਹ ਸਮਝ ਗਏ ਔਰ ਅੱਗੇ ਵੱਧ ਗਏ। ਠੀਕ ਹੈ। ਤੇ ਇਸ ਵਜ੍ਹਾ ਤੋਂ ਤੁਸੀਂ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਲੀਡਰਾਂ ਦੇ ਬਾਰੇ 'ਚ, ਆਪਣੇ ਰਹਿਨੁਮਾਵਾਂ ਦੇ ਬਾਰੇ 'ਚ ਉਹਨਾਂ ਨੂੰ ਦੱਸੀਏ ਔਰ ਉਹਨਾਂ ਨੂੰ ਆਗਾਹ ਕਰੀਏ। ਇਹ ਸਾਡਾ ਫਰਜ਼ ਬਣਦਾ ਹੈ ਔਰ ਹਰ ਮਾਂ ਨੂੰ ਚਾਹੀਦਾ ਹੈ ਆਪਣੇ ਜਿੰਨੇ ਵੀ ਰਹਿਨੁਮਾ ਨੇ ਜਿਨ੍ਹਾਂ ਨੇ ਕੌਮਾਂ ਨੂੰ ਬਣਾਉਣ 'ਚ ਇੱਕ ਕਿਰਦਾਰ, ਦੇਖੋ ਕੌਮਾਂ ਨੂੰ ਬਣਾਉਣਾ ਕੋਈ ਆਸਾਨ ਕੰਮ ਨਹੀਂ, ਉਹਨਾਂ ਨੇ ਜਿਹੜਾ ਹਿੱਸਾ ਪਾਇਆ ਹੈ ਉਹ ਬਹੁਤ ਵੱਡੀ ਗੱਲ ਹੈ। ਬਜਾਏ ਇਹਦੇ ਕਿ ਅਸੀਂ ਤਨਕੀਦ ਕਰੀਏ ਔਰ ਫਜ਼ੂਲ ਕੰਮਾਂ 'ਚ ਇੱਕ ਦੂਜੇ ਨੂੰ ਉਲਝਾਈਏ, ਤੇ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਇਹਨਾਂ ਦੇ ਬਾਰੇ 'ਚ ਦੱਸੀਏ। ਔਰ ਮਸਬਤ ਜਿਹੜੀਆਂ ਨੇ ਉਹਨਾਂ ਵਿੱਚ ਸੋਚ ਜਿਹੜੀ ਹੈ ਉਹ ਉਸੇ ਸੂਰਜ ਪੈਦਾ ਹੁੰਦੀ ਹੈ ਜਦੋਂ ਤੁਸੀਂ ਆਪਣੇ ਰਹਿਨੁਮਾਵਾਂ ਦੇ ਜਿਹੜੇ ਮਸਬਤ ਅਮਲ ਨੇ ਔਰ ਮਸਬਤ ਜਿਹੜੇ ਉਹਨਾਂ ਦੇ ਇਲਮ ਜਿਹੜਾ ਉਹਨਾਂ ਨੇ ਨਿਛਾਵਰ ਕੀਤਾ ਹੈ, ਆਪਣੀ ਕੌਮ ਨੂੰ ਦਿੱਤਾ ਹੈ, ਆਪਣਾ ਖੂਨੇ ਜਿਗਰ ਪਾ ਕੇ ਉਹਦੇ ਬਾਰੇ 'ਚ ਆਗਾਹੀ ਦਈਏ। ਤੇ ਬਹਰਹਾਲ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਬੁਲਾਇਆ ਔਰ ਇਸ ਬਿਹਤਰੀਨ ਮੌਜੂ ਤੇ ਮੈਂ ਆਪਣੇ ਇਜ਼ਹਾਰ ਖਿਆਲ ਦਾ ਮੈਨੂੰ ਮੌਕਾ ਦਿੱਤਾ। ਅੱਛਾ ਮਿਸ ਮਲਿਕਾ ਰਿਜ਼ਵਾਨਾ, ਇਹ ਦੱਸੋ ਕਿ ਜਿਹੜਾ ਇਲਾਮਾ ਮੁਹੰਮਦ ਇਕਬਾਲ ਸਾਹਿਬ ਨੇ ਜਿਹੜੇ ਡਾਕਟਰ ਸਾਹਿਬ ਦੀ ਜ਼ਿੰਦਗੀ ਦਾ ਅਸੀਂ ਮੁਤਾਲਾ ਕਰਨੇ ਆ ਤੇ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪਹਿਲੂ ਨੇ। ਜੀ ਬਿਲਕੁਲ। ਠੀਕ ਹੈ। ਉਹਨਾਂ ਦੀ ਸਾਨੂੰ ਸ਼ਖਸੀਅਤ ਜਿਹੜੀ ਉਹ ਡਾਈਵਰਸ ਨਜ਼ਰ ਆਉਂਦੀ ਹੈ ਨਾ। ਤੁਸੀਂ ਉਹਨਾਂ ਦੀ ਸ਼ਖਸੀਅਤ ਦੇ ਜਿਹੜੇ ਕੁਝ ਪਹਿਲੂ ਨੇ ਉਹਨਾਂ ਬਾਰੇ ਸਾਨੂੰ ਦੱਸੋ, ਜਿਹੜਾ ਇਹ ਸਾਡੇ ਸੁਣਨ ਵਾਲਿਆਂ ਨੂੰ ਜ਼ਰਾ ਉਹਦੇ ਤੇ ਇੱਕ ਛਾਤੀ ਪਾਓ ਤੇ ਲੋਕਾਂ ਨਾਲ ਸ਼ੇਅਰ ਕਰੋ। ਵੇਖੋ ਜੀ, ਇਕਬਾਲ ਜਿਹੜੇ ਨੇ ਉਹਨਾਂ ਦੀ, ਇਕਬਾਲ ਦਾ ਮਤਲਬ ਹੀ ਹੈ ਬੁਲੰਦੀ। ਮੇਰਾ ਖਿਆਲ ਹੈ ਉਹਨਾਂ ਨੇ ਆਪਣੇ ਨਾਂ ਦਾ ਮਫਹੂਮ ਜਿਹੜਾ ਬੜੇ ਅੱਛੇ ਤਰੀਕੇ ਨਾਲ ਸਮਝ ਲਿਆ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਉਸ ਕੰਮ ਦੇ ਪਿੱਛੇ ਲਾ ਦਿੱਤਾ ਜਿਹੜਾ ਉਹਨਾਂ ਨੂੰ ਇਕਬਾਲ ਦੀ ਤਰਫ ਯਾਨੀ ਬੁਲੰਦੀ ਦੀ ਤਰਫ ਲੈ ਕੇ ਜਾਣ। ਇਕਬਾਲ ਵੈਸੇ ਖੁਦ ਵੀ ਕਹਿੰਦੇ ਨੇ ਕਿ ਇਕਬਾਲ भी इकबाल से आगाह नहीं है, कुछ इसमें तमस्खर नहीं वल्लाह नहीं है। ਤੇ ਇਕਬਾਲ ਕਹਿੰਦੇ ਨੇ, ਮੈਂ ਤੇ ਆਪਣੇ ਆਪ ਨੂੰ ਉਹ ਕਹਿੰਦੇ ਇੱਕ ਹੋਰ ਸ਼ੇਰ ਹੈ ਉਹਨਾਂ ਦਾ, ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਫਿਰ ਮੈਂ ढूंढता फिरता हूँ ऐ इकबाल अपने आप को, आप ही गोया मुसाफिर आप ही मंजिल हूँ मैं। ਤੇ ਇਕਬਾਲ ਜਿਹੜੇ ਨੇ ਉਹ ਆਪਣੀ ਇਸ ਅੰਦਰ ਦੀ ਯਾਨੀ ਕਿ ਜ਼ੋਰ ਦੇਣ, ਇੱਕ ਅੰਦਰ ਹੁੰਦਾ ਨਾ ਇਨਸਾਨ ਦਾ ਇਨਰ ਕੋਰ ਜਿਹਨੂੰ ਕਹਿੰਦੇ ਨੇ, ਉਹ ਬੜੀ ਵੱਡੀ ਚੀਜ਼ ਹੈ। ਇਕਬਾਲ ਨੇ ਉਹਦੀ ਆਵਾਜ਼ ਸੁਣੀ ਔਰ ਫਿਰ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਕਿ ਅੰਦਰ ਕੀ ਮੇਰੇ ਚੱਲ ਰਿਹਾ ਹੈ। ਅੱਛਾ, ਇਕਬਾਲ ਦੀ ਸ਼ਖਸੀਅਤ ਤੋਂ ਦੇ ਬਾਰੇ 'ਚ ਕਹਿਣ ਤੋਂ ਪਹਿਲਾਂ, ਮੈਂ ਬਿਆਨ ਕਰਨ ਤੋਂ ਪਹਿਲਾਂ ਮੈਂ ਕਹਿੰਦੀ ਹਾਂ ਕਿ ਮੈਂ ਬੜੀ ਛੋਟੀ ਜਿਹੀ ਚੀਜ਼ ਹਾਂ ਤੇ ਉਹਨਾਂ ਦੇ ਬਾਰੇ ਤੇ ਜਿੰਨਾ ਵੀ ਕਿਹਾ ਜਾਵੇ ਤੇ ਤੁਹਾਡੇ ਪ੍ਰੋਗਰਾਮ ਖਤਮ ਹੋ ਜਾਂਦੇ, ਲੇਕਿਨ ਉਹਨਾਂ ਦੀ ਹਮਾਗੀਰ ਸ਼ਖਸੀਅਤ ਇੱਕ ਹੁੰਦੀ ਹੈ, ਯਾਨੀ ਸਾਰੇ ਪਹਿਲੂਆਂ ਦੀ ਅਕਾਸੀ ਕਰਨਾ
ਉਹਨਾਂ ਨੇ ਆਪਣੀ ਜਿਹੜਾ ਅਫਕਾਰ ਨੇ, ਆਪਣੇ ਖਿਆਲਾਤ ਨੇ, ਹੁਣ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸਾਂ ਫਿਕਰ ਤੇ ਫਨ ਕਿਹਨੂੰ ਕਹਿੰਦੇ ਨੇ। ਫਿਕਰ ਉਹ ਹੁੰਦੀ ਹੈ ਜਿਹੜੀ ਤੁਹਾਡੀ ਸੋਚ ਹੋਵੇ, ਔਰ ਫਨ ਉਹ ਹੁੰਦਾ ਹੈ ਕਿ ਜਿਹੜਾ ਉਹ ਸੋਚ ਨੂੰ ਘੜ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ, ਉਹ ਹੁੰਦਾ ਫਨ। ਜਿਸ ਤਰ੍ਹਾਂ ਹੁਣ ਇੱਕ ਕਾਰਪੈਂਟਰ ਜਿਹੜਾ ਹੈ, ਇੱਕ ਜਿਹੜਾ ਬੜਾਈ ਹੈ, ਯਾਨੀ ਕਿ ਉਹਨੂੰ ਕੀ ਕਹਿੰਦੇ ਨੇ, ਲੱਕੜੀ ਤੇ ਕੰਮ ਕਰਨ ਵਾਲਾ ਮਿਸਤਰੀ, ਉਹ ਲੱਕੜੀ ਦੇ ਬਾਰੇ ਸੋਚਦਾ ਕਿ ਮੈਂ ਇੰਜ ਉਹਨੂੰ ਡੰਡਾ ਲਾਣਾ ਹੈ, ਇੰਜ ਕੁਰਸੀ ਬਣਾਉਣੀ ਹੈ, ਇੰਜ ਉਹਦੀ ਬੈਕ ਬਣਾਉਣੀ ਹੈ, ਫਿਰ ਉਹ ਕੁਰਸੀ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ। ਜਿਹੜੀ ਉਹਦੀ ਸੋਚ ਹੈ, ਉਹ ਉਹਦਾ ਫਿਕਰ, ਉਹਦਾ ਖਿਆਲ ਹੈ, ਔਰ ਜਿਹੜਾ ਉਹਦੀ ਕੁਰਸੀ ਉਹਨੇ ਬਣਾ ਕੇ ਰੱਖੀ, ਉਹਦਾ ਫਨ ਹੈ। ਇਕਬਾਲ ਨੇ ਇਹਨਾਂ ਦੋਵਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਕੰਮ ਕੀਤਾ ਉਸ ਤੋਂ ਪਹਿਲਾਂ। ਔਰ ਹਮਾਗੀਰ ਸ਼ਖਸੀਅਤ, ਹਮਾਗੀਰ ਇਸ ਤਰ੍ਹਾਂ ਕਿ ਦੇਖੋ ਕੁਰਾਨ ਵੀ ਜਿਹੜਾ ਹੈ ਉਹ ਹਮਾਗੀਰ ਹੈ, ਯਾਨੀ ਉਹ ਜ਼ਿੰਦਗੀ ਦੇ ਸਾਰੇ ਪਹਿਲੂਆਂ ਤੇ ਦੀ ਅਕਾਸੀ ਕਰਦਾ ਹੈ। ਜਿਸ ਤਰ੍ਹਾਂ ਹੁਣ ਮੁਖਤਲਿਫ ਸ਼ੋਰਾ ਨੇ, ਜਿਸ ਤਰ੍ਹਾਂ ਵਰਡਸਵਰਥ ਹੈ, ਉਹ ਜਿਹੜਾ ਉਹਨੂੰ ਕਹਿੰਦੇ ਨੇ ਪੋਇਟ ਆਫ ਨੇਚਰ, ਉਹ ਨੈਚੁਰਲ ਚੀਜ਼ਾਂ ਨੂੰ ਜ਼ਿਆਦਾ ਉਹਨਾਂ ਨੇ ਹਾਈਲਾਈਟ ਕੀਤਾ। ਜੀ ਜੀ। ਜੌਨ ਕੀਟਸ ਰੋਮਾਂਟਿਕ ਸ਼ਾਇਰ ਦੀ ਹੈਸੀਅਤ ਨਾਲ ਉਹਨੂੰ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਮੁਖਤਲਿਫ ਸ਼ੋਰਾ ਨੇ, ਉਹਨਾਂ ਨੇ ਆਪਣੀ ਇੱਕ ਫੀਲਡ ਲਈ ਜਾਂ ਇੱਕ ਸ਼ੋਭਾ ਲਿਆ, ਉਹਨੂੰ ਅੱਗੇ ਵਧਾਇਆ। ਇਕਬਾਲ ਨੇ ਕੁਰਾਨ ਤੋਂ ਮੁਤਾਸਿਰ ਹੋਏ, ਅੱਲਾਹ ਦੇ ਕਲਾਮ ਤੋਂ, ਕਿਉਂਕਿ ਅੱਲਾਹ ਦਾ ਕਲਾਮ ਸਾਰੀਆਂ ਚੀਜ਼ਾਂ ਤੇ ਦਾ ਅਹਾਤਾ ਕਰਦਾ ਹੈ, ਕੀ ਉਹ ਬਾਇਓਲੋਜੀ ਹੈ, ਕੀ ਉਹ ਫਿਜ਼ਿਕਸ ਹੈ, ਕੀ ਉਹ ਲਿਟਰੇਚਰ ਹੈ, ਕੀ ਉਹ ਸਿਆਸੀਆਤ ਹੈ, ਕੀ ਉਹ ਮਾਸ਼ੀਆਤ ਹੈ, ਕੀ ਉਹ ਮਾਸ਼ਰਾ ਹੈ। ਹਰ ਚੀਜ਼ ਦੇ ਅੱਲਾਹ ਨੇ ਇੱਕ ਖੋਲ ਕੇ ਇਨਸਾਨ ਦੇ ਅੱਗੇ ਰੱਖ ਦਿੱਤਾ। ਕੋਈ ਯਾਨੀ ਇੱਕ ਮਖਸੂਸ ਕੋਈ ਉਹਨਾਂ ਨੇ ਚੀਜ਼ ਅੱਲਾਹ ਨੇ ਨਹੀਂ ਉਹਨੂੰ ਮੌਜੂ ਬਣਾਇਆ ਕਿ ਮੁਖਾਤਿਬ ਤੇ ਉਹਦਾ ਇਨਸਾਨ ਹੈ। ਇਸੇ ਤਰ੍ਹਾਂ ਇਕਬਾਲ ਨੇ ਆਪਣੇ ਫਨ ਨੂੰ ਹਮਾਗੀਰ ਪਹਿਲੂਆਂ ਦੀ ਤੌਰ ਤੇ ਦੁਨੀਆ ਦੇ ਸਾਹਮਣੇ ਰੱਖਿਆ। यानी हर फील्ड एक मुकम्मल इंसान की हुंदा है, एक लीडर दियां की खसूसियात होनियां चाहिए ने, ओनू इश्क नू किन्ने पीक तक जाना चाहिए, ओदियां की फिर माशरे नू किस तरह पनपना चाहिए, जदीद चीज़ां किस तरह, नौजवानों नू किस तरह काम करना चाहिए, यानी हर चीज़ से उन्होंने अपना अहाता जड़ा कीता। ते इकबाल जड़े ने हमागीर शख्सियत दे हामिल ने, और उन्होंने ये चीज़ जेड़ी है इहदी जेड़ी इनर कोर लईए वो कुरान तो लई। अच्छा मिस मलका ਇਹ ਦੱਸੋ ਕਿ ਜਿਹੜਾ ਅਸੀਂ ਨਾ ਇਕਬਾਲ ਸਾਹਿਬ ਜਿਹੜੇ ਸ਼ਾਇਰ ਮਸ਼ਰਕ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਸ਼ਾਇਰੀ ਇੱਕ ਕਹਿੰਦੇ ਕਿ ਇਨਸਾਨ ਨੇ ਜਿਹੜੀ ਕੋਈ ਤਹਿਲੀਕ ਕੀਤੀ ਹੈ ਦੁਨੀਆ ਦੇ ਨਾਲ, ਜੋ ਸ਼ਾਇਰੀ ਸਭ ਤੋਂ ਖੂਬਸੂਰਤ ਤੇ ਬਹੁਤ ਵੱਡੀ ਇਜਾਦ ਹੈ ਨਾ। ਤੁਸੀਂ ਇਕਬਾਲ ਜਿਹੜੇ ਡਾਕਟਰ ਅਲਾਮਾ ਮੁਹੰਮਦ ਇਕਬਾਲ ਸਾਹਿਬ ਨੇ, ਇਹਨਾਂ ਦੀ ਤੁਸੀਂ ਸ਼ਾਇਰੀ ਬਾਰੇ ਜਿਹੜਾ ਹੈ ਇੱਕ ਜ਼ਰਾ ਸਾਨੂੰ ਇੱਕ ਜਾਇਜ਼ਾ ਦਿਓ। ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਜਿਹੜੀ ਸ਼ਾਇਰੀ ਦੀ ਸਿਨਫ ਹੈ ਇਕਬਾਲ ਦੀ, ਇਹਦੇ 'ਚ ਇਕਬਾਲ ਨੂੰ ਤੁਸੀਂ ਕਿੱਥੇ ਪਾਉਂਦੇ ਹੋ? इकबाल ने दरअसल ऐसे माहौल मैं तुहानू मतलब अगर पिछों जाओ तो मेरा ख्याल है कि किसी चीज़ का हर चीज़ का एक पस मंजर होंदा है, यानी ओदा एक बैक होंदी है, अंग्रेजी च उहनूं कहो या पस मंजर होंदा है जिहदे विच एक चीज़ जन्म लैंदी है। सो इकबाल जिहड़े ने उन्होंने भी इहो जिहे माहौल जन्म लिया जिन्हां ने इकबाल नूं इकबाल बनाया। हुण मैं उस पस मंजर के बारे सब तो पहले मुख्तसरन तुहाडे सामने पेश करनी है कि इकबाल ने किस माहौल विच इकबाल जिहड़े ने इकबाल बने। और इकबाल खुद कहते हैं कि खिरदमंदों से क्या पूछूं कि मेरी इब्तिदा क्या है, कि मैं इस फिक्र में रहता हूँ मेरी इंतहा क्या है। कहते हैं मैं तो खुद अपनी इंतहा नूं जिहड़ा वो नहीं समझ पाया हजे कि मैं कित्थों तक जाना चाहना हूँ। देखिए इंसान जिहड़ा है वो जिहड़ा शायर हुंदा है ना जिले हुमा, वो अपने अहद दा बच्चा हुंदा है। जिस तरह बच्चे जिहड़े ने वो रोंदे ने, जरा जिहा उन्हां नूं मूंह इहो जिहियां चीज़ां विखाओ रोन लग पैंदे ने क्योंकि सेंसिटिव हुंदे ने और मासूम हुंदे ने। शायर जिहड़ा एक मगरबी मुफक्कर ने कहा कि शायर अपने अहद दा जिहड़ा बच्चा हुंदा है वो इर्द गिर्द दे माहौल नूं बड़ी जल्दी ओहदा असर लैंदा। ठीक है, तो इकबाल ने भी ऐसे माहौल च अख खोली जिहदा उन्होंने फौरन असर कबूल किया क्योंकि सलाहियतां ते उन्हां दे अंदर है सन सारियां शायरी दियां एक, और शायर अपने अहद दा चूंकि बच्चा हुंदा है उन्होंने कैसे ओहदे माहौल च अपनी अख खोली और किस माहौल च इकबाल बने। हुण देखो कि भाप दा जिहड़ी इजाद है, भाप दे इंजन दी इजाद जिहड़ी हुई है रेल गड्डियां दी 18वीं सदी दे विच जदों भाप ने इजाद दे इंजन ने इजाद जिहड़ी हुई है यूरोप विच, उन्हें गोया दुनिया नूं दी काया ही पलट दित्ती, यानी दुनिया एक नवीं बन गई। ओ तलवारां, ओ सोटे, ओ डंडे, ओ फलां, एदा ते एक दौर ही खत्म हो गया।
ਯਾਨੀ ਇੱਕ ਨਈ ਚੀਜ਼ ਇਨਸਾਨ ਵਜੂਦ ਹੈ। ਉਹ ਫਿਰ ਤੁਹਾਨੂੰ ਪਤਾ ਹੈ ਕਿ ਜਦੋਂ ਤਾਕਤ ਕਿਸੇ ਕੋਲ ਆ ਜਾਵੇ ਤੇ ਤਾਕਤ ਆਪਣਾ ਨਫੂਜ਼ ਚਾਹੁੰਦੀ ਹੈ, ਉਹ ਫਿਰ ਵੱਧਦੀ ਹੈ। ਜਿਸ ਤਰ੍ਹਾਂ ਤੁਸੀਂ ਇੱਕ ਪਲਾਟ ਲਿਆ, ਤੁਹਾਡੇ 'ਚ ਹੋਰ ਲੈਣ ਦੀ ਖਾਹਿਸ਼ ਫਿਰ ਉਭਰੀ ਹੈ ਕਿ ਇੱਕ ਲਿਆ ਮੈਂ ਦੂਜਾ ਵੀ ਲਵਾਂ, ਤਾਕਤ ਆਈ ਤੁਸੀਂ ਦੂਜਾ ਵੀ ਲੈ ਲਿਆ, ਪਿੱਛੋਂ ਵੀ ਲੈ ਲਿਆ, ਅੱਗੋਂ ਵੀ ਲੈ ਲਿਆ। ਤਾਕਤ ਜਿਹੜਾ ਉਹ ਫੈਲਾਓ ਚਾਹੁੰਦੀ ਹੈ। ਤੇ ਇਹੀ ਹੋਇਆ ਯੂਰਪ ਨੇ ਜਿਹੜਾ ਹੈ ਉਹ ਸਾਇੰਸੀ ਅਲੂਮ ਵਿੱਚ, ਦੇਖੋ ਜਦੋਂ ਭਾਪ ਦੀ ਇਜਾਦ ਹੋ ਗਈ, ਇੰਜਨ ਨੇ ਇਜਾਦ, ਤੇ ਉਹਨੇ ਫਿਰ ਨਿਕਲਣਾ ਸ਼ੁਰੂ ਕਰ ਦਿੱਤਾ। ਉਹਨੇ ਆਖਿਆ ਹੁਣ ਮੈਂ ਫੈਲਣਾ ਸ਼ੁਰੂ ਕਰਦੇ ਆ। ਉਹਨੇ ਫਿਰ ਇਹ ਏਸ਼ੀਆ ਤੇ ਇਹੋ ਜਿਹੇ ਅਫਰੀਕਾ ਇਹਨਾਂ ਨੂੰ ਆਪਣੀਆਂ ਕਾਲੋਨੀਆਂ ਬਣਾ ਲਿਆ। ਉਸ ਹਾਲਾਤ ਦੇ ਵਿੱਚ ਜ਼ਾਹਿਰ ਹੈ ਉਹਨਾਂ ਦਾ ਇੱਕ ਕਬਜ਼ਾ ਹੋ ਗਿਆ ਉੱਥੇ। ਲੋਕਾਂ ਦਾ ਜਜ਼ਬਾਤ ਕੀ ਤਾਕਤ ਜਿਹੜੀ ਉਹ ਜਜ਼ਬਾਤ ਤੇ ਅਹਿਸਾਸਾਤ ਨੂੰ ਤੇ ਵੇਖਦੀ ਨਹੀਂ, ਤੇ ਇਸ ਵਜ੍ਹਾ ਤੋਂ ਏਸ਼ੀਆ ਵਿੱਚ, ਅਫਰੀਕਾ ਵਿੱਚ ਇੱਥੇ ਹਾਕਮੋ ਮਹਿਕੂਮ ਦੀ ਇਸ਼ਤਰਾਕੀਅਤ ਦੀ ਇੱਕ ਅਜੀਬ ਜੀਆਂ ਜੰਗਾਂ ਜਿਹੜੀਆਂ ਨੇ ਸ਼ੁਰੂ ਹੋ ਗਈਆਂ। ਜੰਗਾਂ ਸ਼ੁਰੂ ਹੋਈਆਂ ਤੇ ਉਹਦੇ ਨਾਲ ਨਾਲ ਦੋ ਵੱਡੀਆਂ ਜੰਗਾਂ ਜਿਹੜੀਆਂ ਨੇ ਉਹਦਾ ਪੇਸ਼ਖੇਮਾ ਸਾਬਿਤ ਹੋਈਆਂ, ਜੰਗੇ ਅਜ਼ੀਮ ਅਵਲ ਤੇ ਜੰਗੇ ਅਜ਼ੀਮ ਦੋਮ। ਔਰ ਤੁਸੀਂ ਵੇਖਿਆ ਕਿ ਉਸ ਤੋਂ ਬਾਅਦ ਕੀ ਹਾਲਾਤ ਪੈਦਾ ਹੋਏ। ਠੀਕ ਹੈ, ਜਿਹੜੇ ਨੇ ਜ਼ਾਹਿਰ ਹੈ ਜਿਹੜੇ ਜਿਨ੍ਹਾਂ ਨੇ ਇਜਾਦਾਤ ਕੀਤੀਆਂ ਜਾਂ ਸਾਇੰਸੀ ਲੂਮ ਵਿੱਚ ਵਧੇ ਨੇ ਅੱਗੇ, ਉਹਨਾਂ ਨੇ ਤੇ ਫਿਰ ਆਪਣੇ ਆਪ ਨੂੰ ਮਨਵਾ ਲਿਆ। ਤੇ ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨਾਂ ਨੇ ਬਗੈਰ ਅਹਿਸਾਸਾਤ ਤੋਂ ਜਜ਼ਬਾਤ ਨੂੰ ਵੇਖਿਆ ਸਾਰੀਆਂ ਨੇਸ਼ਨਸ ਨੂੰ ਜਾਂ ਸਾਰੀਆਂ ਕੌਮਾਂ ਨੂੰ ਆਪਣੇ ਅੰਡਰ ਲੈ ਲਿਆ, ਯਾਨੀ ਆਪਣੇ ਥੱਲੇ ਲੈ ਲਿਆ। ਠੀਕ ਹੈ, ਔਰ ਆਪਣੀਆਂ ਜਿਹੜਾ, ਔਰ ਦੇਖੋ ਜਦੋਂ ਇੱਕ ਤਾਕਤਵਰ ਗਾਸਿਬ ਹੋ ਜਾਂਦਾ ਹੈ, ਉਹ ਕਬਜ਼ਾ ਕਰ ਲੈਂਦਾ ਔਰ ਉਹਨਾਂ ਦਾ ਹੱਕ ਵੀ ਬਣਦਾ ਬਈ। ਉਸ ਦੌਰ ਵਿੱਚ ਉਹ ਫਿਰ ਵੇਖਦਾ ਹੈ ਨਾ ਕਿਹੜੇ ਥੱਲੇ ਜਾ ਰਹੇ ਨੇ। ਦੇਖੇ ਇੱਕ ਤਾਕਤ ਵਾਲੀ ਚੀਜ਼ ਜਿਹੜੀ ਹੈ ਉਭਰੀ ਹੈ, ਉਹਨੇ ਫਿਰ ਇਹ ਵੇਖਣਾ ਕਿ ਮੇਰੇ ਤੋਂ ਥੱਲੇ ਕਿਹੜੇ, ਔਰ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਦਬਾਨਾ ਹੈ। ਔਰ ਅਗਰ ਉਹ ਆਪਣੇ ਆਪ ਨੂੰ ਵੀ ਉਹਦੇ ਮੁਕਾਬਲੇ ਲਿਆਣ, ਉਹਦਾ ਮੁਕਾਬਲਾ ਕਰਨ ਤੇ ਵੈਲ ਐਂਡ ਗੁੱਡ, ਫਿਰ ਤੇ ਕੋਈ ਗੱਲ ਹੀ ਨਹੀਂ। ਅਗਰ ਤੁਸੀਂ ਮੁਕਾਬਲਾ ਨਹੀਂ ਕਰਨ ਦੀ ਸਲਾਹੀਅਤ ਰੱਖਦੇ ਫਿਰ ਤੁਹਾਨੂੰ ਉਹਦੀਆਂ ਗੱਲਾਂ ਮੰਨਣੀਆਂ ਪੈਣੀਆਂ ਨੇ। ਸੋ ਉਹਨਾਂ ਨੇ ਫਿਰ ਇੰਜ ਕੀਤਾ। ਤੋ ਇੱਕ ਅਜੀਬ ਜਿਹਾ ਹਾਲਾਤ ਸ਼ੁਰੂ ਹੋ ਗਏ, ਯਾਨੀ ਆਪਸ ਵਿੱਚ ਦਸਤੋ ਗਿਰੇਬਾਨ ਔਰ ਤਾਕਤਵਰ ਜਿਹੜਾ ਉਹ ਆਪਣੀਆਂ ਗੱਲਾਂ ਮਨਵਾ ਰਿਹਾ। ਜਿਹੜੇ ਉਹਨਾਂ ਦਾ ਨਿਜ਼ਾਮ ਹੈ ਜਾਂ ਜਿਹੜਾ ਇਹਨਾਂ ਦਾ ਕਾਨੂੰਨ ਹੈ, ਉਹਨਾਂ ਨੇ ਉਹ ਤਲਪਟ ਕਰ ਦਿੱਤਾ ਤੇ ਆਪਣੇ ਕਾਨੂੰਨ ਤੇ ਆਪਣੇ ਆਇਨ ਤੇ ਉਹ ਲਾਗੂ ਕਰ ਦਿੱਤੇ। ਇਹ ਹਾਲਾਤ, ਔਰ ਫਿਰ ਮੁਸਲਿਮ ਉਮਾ ਜਿਹੜੀ ਹੈ ਉਹ ਫਿਰ ਪਿੱਛੇ ਚਲੀ ਗਈ, ਉਹ ਚੀਜ਼ ਤੇ ਰਹੀ ਨਹੀਂ ਉਹਨਾਂ ਵਿੱਚ। ਫਿਰ ਉਹ ਜੋ ਇੰਨੇ ਸ਼ਾਹਕਾਰ ਜਿਹੜੇ ਮੁਲਕ ਸਨ ਮੁਸਲਮਾਨਾਂ ਦੇ, ਪਿੱਛੇ ਤਰਾਬਲਸ ਦੀ ਜੰਗ ਵੇਖ ਲਓ, ਯੂਰਪੀਅਨ ਯੂਨੀਅਨ ਵੇਖ ਲਓ, ਸਾਰੀਆਂ ਤੁਰਕੀ ਖਿਲਾਫਤ, ਇਹ ਸਾਰੀਆਂ ਗੱਲਾਂ ਮੈਂ ਸਮੇਟ ਕੇ ਨੂੰ, ਮੈਂ ਅਗਰ ਇਹਦੇ ਤਾਰੀਖ ਤੇ ਜਾਓ ਤੇ ਫਿਰ ਬੜੀ ਲੰਮੀ ਗੱਲ ਹੋ ਜਾਏਗੀ। ਬਹਰਹਾਲ ਇਸ ਹਾਲਾਤ ਵਿੱਚ ਇਕਬਾਲ ਨੇ ਜਿਹੜਾ ਹੈ ਉਹ ਜਨਮ ਲਿਆ ਉਹਨਾਂ ਦੇ ਅੰਦਰ। ਉਹਨਾਂ ਨੇ ਵੇਖਿਆ ਕਿ ਸਾਡੀ ਜਿਹੜੀ ਨੇਸ਼ਨ ਹੈ ਉਹ ਕਿੰਨੀ ਪਿੱਛੇ ਔਰ ਕਿਉਂ ਪਿੱਛੇ ਹੈ। ਫਿਰ ਇਹ ਵੇ ਕਿ ਹਾਕਮੋ ਮਹਿਕੂਮ ਦੀ ਜੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਔਰ ਫਿਰ ਮਜਬੂਰਨ ਤੁਹਾਨੂੰ ਪਿੱਛੇ ਹਟਣਾ ਪਿਆ ਆਪਣੀ ਜ਼ੁਬਾਨ ਤੋਂ, ਆਪਣੀ ਸਕਾਫਤ ਤੋਂ, ਆਪਣੇ ਰਸੂਮੋ ਰਿਵਾਜ ਤੋਂ। ਫਿਰ ਤੁਸੀਂ ਆਇਨ ਚਾਹੁੰਦੇ ਹੋ ਲੇਕਿਨ ਆਇਨ ਲਾਗੂ ਨਹੀਂ ਕਰ ਸਕਦੇ, ਆਇਨ ਤੇ ਉਹਦਾ ਹੀ ਚੱਲਣਾ ਹੈ ਨਾ ਜਿਹੜਾ ਤਾਕਤਵਰ ਹੈ। ਤੇ ਇਸ ਹਾਲਾਤ ਵਿੱਚ ਫਿਰ ਇਕਬਾਲ ਨੇ ਜਿਹੜਾ ਉਹ ਜਨਮ ਲਿਆ ਔਰ ਇਕਬਾਲ ਜਿਹੜਾ ਹੈ ਉਹਨਾਂ ਨੇ ਆਪਣੀ ਫਿਰ ਨਰਮ ਗਰਮ ਗੁਫ਼ਤਗੂ ਨਾਲ ਲੋਕਾਂ ਨੂੰ ਆਪਣਾ ਗਰਵੀਦਾ ਬਣਾਇਆ ਔਰ ਇਹਨਾਂ ਨੇ ਆਪਣੀ ਫਿਕਰ ਨੂੰ ਕਾਇਨਾਤੀ ਫਿਕਰ ਜਿਹੜਾ ਉਹਦੇ ਤੌਰ ਤੇ ਪੇਸ਼ ਕੀਤਾ। ਕਾਇਨਾਤੀ ਫਿਕਰ, ਆਲਮਗੀਰੀਅਤ ਨੂੰ ਫਰੋਗ ਦਿੱਤਾ ਕਿ ਯਾਨੀ ਕਿ ਉਹਨਾਂ ਨੇ ਇਹ ਸਮਝਿਆ, ਉਹਨਾਂ ਨੇ ਆਪਣੇ ਗਮ ਨੂੰ ਕਾਇਨਾਤੀ ਗਮ ਦਾ ਨਾਂ, ਉਹਨਾਂ ਨੇ ਸਾਰੀ ਕੌਮ ਨੂੰ ਮੁਖਾਤਬ, ਯਾਨੀ ਮਿਸਰ, ਯੂਰਪ ਜਿਹੜੀਆਂ ਸਨ ਜਾਂ ਇੱਧਰ ਉੱਧਰ ਸਾਰੀਆਂ ਇਸਤਮਾਰੀ ਕੁਵਤਾਂ ਦੇ ਖਿਲਾਫ ਜਿਹੜੇ ਮੁਸਲਮਾਨਾਂ ਦੇ ਹਾਲਾਤ ਸਨ, ਉਹਨਾਂ ਨੂੰ ਆਪਣਾ ਗਮ। ਔਰ ਫਿਰ ਇਸ ਜਿਹੜਾ ਨਾ ਉਹਨਾਂ ਦੀ ਇਹ ਜਿਹੜੀ ਤਹਿਰੀਕ ਜਿਹੜੀ ਹੈ ਜਾਂ ਇਹ ਜਿਹੜਾ ਫਿਕਰ ਹੈ ਉਹ ਅੱਜ ਕੱਲ ਯਾਨੀ ਮਾਜ਼ੀ ਹਾਲ ਮੁਸਤਕਬਲ ਸਭ ਦਾ ਅਹਾਤਾ ਕੀਤਾ ਹੈ। ਉਹਨਾਂ ਨੇ ਸਭ ਨੂੰ ਮੁਖਾਤਬ ਕੀਤਾ ਹੈ। ਉਹਨਾਂ ਦਾ ਜਿਹੜਾ ਕਲਾਮ ਹੈ ਉਹ ਸਿਰਫ ਅੱਜ ਉਸ ਦੌਰ ਦੀ ਨਹੀਂ, ਉਹ ਆ ਗਈ ਔਰ ਮੁਸਤਕਬਲ ਦੇ ਉੱਤੇ ਉਹਨਾਂ ਦੀ ਗਹਿਰੀ ਨਜ਼ਰ ਸੀ। ਲੋਕ ਸਮਝਦੇ ਨੇ ਕਿ ਅਗਰ ਇਕਬਾਲ ਸਿਰਫ ਸਾਇੰਸਦਾਨ ਹੁੰਦਾ, ਸਿਆਸਤਦਾਨ ਹੁੰਦਾ ਤੇ ਸਿਆਸੀ ਪੇਚੋਖਾਮ ਉਹਨੂੰ ਨਜ਼ਰਅੰਦਾਜ਼ ਕਰ ਚੁੱਕੇ ਹੁੰਦੇ। ਅਗਰ ਸਿਰਫ ਸ਼ਾਇਰ ਹੁੰਦਾ ਤੇ ਲਾਇਬ੍ਰੇਰੀਆਂ ਵਿੱਚ ਹੀ ਉਹਨਾਂ ਦਾ ਕਲਾਮ ਗੁੰਮ ਹੋ ਜਾਂਦਾ, ਜਾਂ ਸਿਰਫ ਫਲਸਫੀ ਹੁੰਦਾ ਤੇ ਫਲਸਫਾ ਤਾਂ ਬੜੀ ਪੇਚੀਦਾ ਚੀਜ਼ ਹੈ, ਉਹਨੂੰ ਗੁੱਥੀਆਂ ਹੀ ਲੋਕ ਸੁਲਝਾਉਂਦੇ ਰਹਿੰਦੇ। ਲੇਕਿਨ ਇਕਬਾਲ ਨੇ ਹਰ ਪਹਿਲੂ ਤੇ ਇੱਕ ਮੁਕੰਮਲ ਤਸਵੀਰ ਜਿਹੜੀ ਹੈ ਉਹ ਦੁਨੀਆ ਦੇ ਸਾਹਮਣੇ ਪੇਸ਼ ਕੀਤੀ, ਉਹਦਾ ਹੱਲ ਪੇਸ਼ ਕੀਤਾ ਕਿ ਉਹਨੂੰ ਫਰਾਮੋਸ਼ ਕੀਤਾ ਨਹੀਂ ਜਾ ਸਕਦਾ। ਇਕਬਾਲ ਦੀ ਜ਼ਿੰਦਗੀ 'ਚ ਹੀ ਉਹਨਾਂ ਤੇ ਤਸਨੀਫ और ਤਾਲੀਫ ਦਾ ਸਿਲਸਿਲਾ ਜਿਹੜਾ ਹੈ, ਉਹਨਾਂ ਤੇ ਲਾਤਾਦਾਦ ਮਕਾਲਾਤ, ਬੇਮੁਬਾਹਿਸ ਕਿਤਾਬਾਂ ਲਿਖੀਆਂ ਗਈਆਂ, ਉਹਨਾਂ ਦੇ ਫਲਸਫੇ, ਫਨ, ਉਹਨਾਂ ਦੇ ਤਸਵੁਰਾਤ, ਉਹਨਾਂ ਤੇ ਮਸਬਤ और मनफी ਬਹਿਸਾਂ ਕੀਤੀਆਂ ਗਈਆਂ, ਉਹਨਾਂ ਦੇ ਉੱਤੇ ਬੇਸ਼ੁਮਾਰ ਮਜ਼ਾਮੀਨ ਜਿਹੜੇ ਨੇ ਉਹ ਸ਼ਾਇਆ ਹੁੰਦੇ ਰਹੇ। ਤੇ ਇਕਬਾਲ ਜਿਹੜੇ ਨੇ ਉਹ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਇੱਕ ਸ਼ਾਇਰ ਦੀ ਹੈਸੀਅਤ ਨਾਲ।
ਜੀ ਬਿਲਕੁਲ ਜਿਹੜੇ ਅਲਾਮਾ ਮੁਹੰਮਦ ਇਕਬਾਲ ਸਾਹਿਬ ਨੇ, ਇਹਨਾਂ ਨੇ ਆਲਮਗੀਰੀਅਤ ਦਾ ਦਰਸ ਦਿੱਤਾ। ਮਿਸ ਮਲਿਕਾ ਰਜ਼ਵਾਨਾ ਨੇ ਬੜੀ ਖੂਬਸੂਰਤੀ ਨਾਲ ਤੇ ਬੜੇ ਸੋਹਣੇ ਲਫ਼ਜ਼ਾਂ ਵਿੱਚ ਉਹਨਾਂ ਦੀ ਸ਼ਾਇਰੀ ਤੇ ਉਹਨਾਂ ਦੀ ਜਿਹੜੀ ਕਾਇਨਾਤ ਤੇ ਉਹਨਾਂ ਦੀ ਨਜ਼ਰ ਸੀ ਤੇ ਉਹਨਾਂ ਜਿਹੜੀ ਮੁਸਤਕਬਲ ਦੀ ਨੂੰ ਜ਼ਿਹਨ 'ਚ ਰੱਖ ਕੇ ਜਿਹੜਾ ਹੈ ਉਹਨਾਂ ਨੇ ਜਿਹੜਾ ਜਜ਼ਬਾ ਦਿੱਤਾ, ਜਿਹੜੀ ਸ਼ਾਇਰੀ ਕੀਤੀ ਹੈ ਨੌਜਵਾਨ ਨੂੰ ਝੰਜੋੜਨ ਲਈ, ਉਹ ਯਕੀਨਨ ਆਲਮੀ ਦੁਨੀਆ ਤੇ ਰਹਿਤੀ ਦੁਨੀਆ ਤੱਕ ਕਾਇਮ ਰਹੇਗੀ। ਅਸੀਂ ਜਿਹੜਾ ਹੈ ਮੈਡਮ ਮਲਿਕਾ ਰਜ਼ਵਾਨਾ ਨਾਲ ਤੇ ਇੰਨੀਆਂ ਅੱਛੀ ਮਾਲੂਮਾਤੀ ਇਨਫੋਰਮੇਸ਼ਨ ਹੈ ਜਿਹੜੀ ਉਹ ਲਾਂਘੇ, ਇਹਨਾਂ ਦਾ ਸਾਥ ਸਾਡੇ ਨਾਲ ਹੀ ਹੈ। ਇਹਦੇ ਨਾਲ ਅਸੀਂ ਜਿਹੜਾ ਹੈ ਸਾਨੂੰ ਜਿਹੜਾ ਫੀਡਬੈਕ ਆ ਰਿਹਾ ਸੀ ਉਹਨਾਂ ਨੂੰ ਵੀ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। हीरा कहते ने मेरा नाम हीरा है तो मैं रावलपिंडी की रिहायशी हाँ। इलामा इकबाल की 84वीं बरसी के हवाले बहुत मालूमाती शो, इंतहाई दिलचस्प, बहुत शुक्रिया हीरा। जड़ा मोहम्मद वलीद आसिफ ने कहते ने वी आर प्राउड ऑफ आवर हीरो हज़रत इलामा मोहम्मद इकबाल, प्लीज़ इकबाल का कलाम हुदी का सर नेहा सुना दें जी। मोहम्मद वलीद साहब हम पूरी कोशिश करने हैं कि असी जड़ा है हुदी का सर नेहा कलाम है जड़ा अपने प्रोग्राम का हिस्सा बनाइए। हीरा कहती हैं डॉक्टर ज़िले उमा मलिका रज़वाना साहबा जी आए उन्होंने बहुत शुक्रिया हीरा। जड़ा है असी जड़ा है गलबात का सिलसिला इत्थों ही अगे वधावांगे। फिलहाल जड़ा है असी सुनने एक इलामा मोहम्मद इकबाल साहब का बहुत अच्छा कलाम हुदी का सर नेहा ला इलाहा इल्लल्लाह। ते मुड़ के वापस आने तुसीं सुन रहे हो FM 99.4। जी आयां नूं कहने आ रावलपिंडी इस्लामाबाद ते आले दुआले दे इलाकिਆਂ 'ਚ ਜਿਹੜੇ ਜਿੰਨੇ ਵੀ ਸਾਡੇ ਲਿਸਨਰਸ ਨੇ ਸਾਨੂੰ ਸੁਣ ਰਹੇ ਨੇ ਇਸ ਟਾਈਮ, ਉਹਨਾਂ ਨੂੰ ਮੈਂ ਦੱਸਦੀ ਚਲਾ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿੱਲੇ ਹੁਮਾ ਤੇ ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ ਰਾਵਲਪਿੰਡੀ 99.4। ਤੇ ਅੱਜ ਅਸੀਂ ਗੱਲ ਕਰ ਰਹੇ ਹਾਂ 21 ਅਪ੍ਰੈਲ ਦੀ ਮੁਨਾਸਬਤ ਨਾਲ ਇਲਾਮਾ ਮੁਹੰਮਦ ਇਕਬਾਲ ਸਾਹਿਬ ਦਾ ਯੋਮੇ ਵਫਾਤ ਹੈ ਤੇ ਉਸੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ। ਸਾਡੀ ਮਹਿਮਾਨ ਮਿਸ ਮਲਿਕਾ ਰਜ਼ਵਾਨਾ ਮੌਜੂਦ ਨੇ ਸਾਡੇ ਨਾਲ। ਮਿਸ ਮਲਿਕਾ, ਬਜਾਏ ਦੇ ਕਿ ਅਸੀਂ ਮਜ਼ੀਦ ਟਾਈਮ ਵੇਸਟ ਕਰੀਏ, ਅਸੀਂ ਤੁਹਾਡੇ ਤੋਂ ਜਿਹੜਾ ਫੈਜ਼ਯਾਬ ਹੋਣਾ ਚਾਹਾਂਗੇ। ਅੱਛਾ ਮਿਸ ਮਲਿਕਾ, ਆਇਨਸਟਾਈਨ ने नजरिया इजाफत पेश किया जिसके मुताबिक कोई शय यकीनी नहीं है, जबकि इकबाल ने जिहड़ी मादियत की बजाय ये रूहानियत के कायल नजर आते हैं सानू। ਇਹਦੇ ਤੇ थोड़ी सारी रोशनी पाओ ताकि असी भी तुहाडे इल्म तू ते तुहाडी सोच तू फैज़याब होइए, क्योंकि एक आम बंदा है जिहड़ा ओनू इस कॉन्सैप्ट दा समझना ਉਹਦੇ ਲਈ बहुत जरूरी है। बिल्कुल। अच्छा, इकबाल जिहड़े ने अलामा इकबाल ਉਹਨਾਂ ਨੇ, ਬਲਕਿ ਉਹਨਾਂ ਦਾ ਇੱਕ ਸ਼ੇਰ ਹੈ, ਇਹਨਾਂ ਹੀ ਸਾਰੇ ਫਲਸਫੀ ਸਾਇੰਸਦਾਨਾਂ ਤੇ ਫਲਸਫੀਆਂ ਦੇ ਵਾਸਤੇ ਨੂੰ ਵੇਖ ਕੇ ਪੜ੍ਹ ਕੇ ਤੁਹਾਨੂੰ ਪਤਾ ਉਹਨਾਂ ਨੇ ਬੜਾ ਰਿਸਰਚ ਕੀਤੀ ਹੈ ਸਭ ਤੇ, ਔਰ ਉਹਨਾਂ ਦੇ ਉਸਤਾਦ ਵੀ ਬੜੇ ਬੜੇ ਫਲਸਫੀ ਔਰ ਬੜੇ ਬੜੇ ਯੂਰਪੀਅਨ ਵੀ ਉਹਨਾਂ ਦੇ ਉਸਤਾਦ ਰਹੇ। ਉਹਨਾਂ ਨੇ ਹਰ ਜਗ੍ਹਾ ਤੋਂ ਫੈਜ਼ ਹਾਸਿਲ ਕੀਤਾ ਇਲਮ ਦਾ, ਜਿੱਥੇ ਉਹਨਾਂ ਨੂੰ ਆਪਣੀ ਸ਼ਖਸੀਅਤ ਦੀ ਤਾਮੀਰ ਦਾ ਜ਼ਰੂਰਤ ਮਹਿਸੂਸ ਹੋਈ। इकबाल खुद कहते हैं है ज़ौक़े तजल्ली भी इसी खाक में पिन्हा, गाफिल तो निरा साहिब इदराक नहीं है। यानी सिर्फ साहिब इदराक होना जरूरी नहीं, बल्कि ਜਿਹੜੀ ਅੰਦਰ ਦੀ ਜ਼ੌਕੇ ਤਜੱਲੀ ਹੈ, ਯਾਨੀ ਜਿਹੜੀ ਤੁਹਾਡੀ ਰੂਹ ਹੈ। ਔਰ ਤੁਹਾਨੂੰ ਇੱਕ ਗੱਲ ਦੱਸਾਂ, ਤੁਹਾਨੂੰ ਇਹ ਤੇ ਪਤਾ ਹੋਏਗਾ, ਔਰ ਅਗਰ ਨਹੀਂ ਪਤਾ ਸਾਡੇ ਸਾਮਈਨ ਨੂੰ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਦੱਸਦੇ ਹਾਂ ਕਿ ਉਹ ਮੁਰਸ਼ਦ ਮੰਨਦੇ ਸਨ मौलाना जलालुद्दीन रूमी नूं, और मौलाना जलालुद्दीन रूमी रूह दी तलकीन या रूह दी तालीम ते बड़ा ज्यादा जोर देंदे ने, और वो कहंदे ने कि असी रूह जिहड़ी है वो कटी है अपने नेस्तान तो, यानी अपनी रूह दा मंबा कौन है साडा अल्लाह ताला। अल्लाह ताला दे वजूद दा सी हिस्सा वा। ये सूफीज़म दी भी बुनियाद है इस गल दी। ते इकबाल चूंकि एक मजहबी घराने नाल भी ताल्लुक रखदे सन, तुहानूं पता है कि पंडितां दे एक कदीम उन्हां दा जिहड़ा सन पंडितां दा खानदान सी, उन्हां नाल ताल्लुक सी। फिर उस तो बाद पंडित भी मजहबी, और फिर उन्हां दे कबूल इस्लाम तो बाद जिहड़े ने उन्हां दा खानदान जिहड़ा फिर इधर आ गया, और फिर उस तो बाद उन्हां दे वालिद जिहड़े सन शेख नूर मुहम्मद, वो बड़े बहुत वड्डे सियालकोट दे ताजिर भी सन, और बहुत मजहब नाल उन्हां दा बड़ा लगाव सी। और मजहब ਜਿਹੜਾ ਨਾ ਉਂਝ ਹੀ ਇਨਸਾਨ ਨੂੰ ਬੜੀ ਸਕੂਨ ਦਿੰਦਾ ਹੈ। ਦੇਖੋ ਤੁਸੀਂ ਦੁਆ ਕਰਨੀ ਹੈ, ਤੁਸੀਂ ਇੰਜ ਪਾਗਲਾਂ ਤੇ ਨਹੀਂ ਫਿਰੋਗੇ ਨਾ, ਕਿਸੇ ਨੂੰ ਤੇ ਪੁਕਾਰੋਗੇ। ਤੇ ਇਕਬਾਲ ਨੇ ਫਿਰ ਉਹ ਦੀ ਸੀਰਤ ਜਿਹੜੀ ਉਹ ਇਹੋ ਜਿਹੇ ਮਾਹੌਲ ਵਿੱਚ, ਫਿਰ ਸਭ ਤੋਂ ਵੱਡੀ ਇੱਕ ਸਾਮੀਨ ਵਾਸਤੇ ਵੀ ਮੈਂ ਇੱਕ ਵਾਕਿਆ ਦੱਸਾਂ ਕਿ ਜਦੋਂ ਇਕਬਾਲ ਨੇ ਪੈਦਾ ਹੋਣਾ ਸੀ, ਉਸ ਵੇਲੇ ਉਹਨਾਂ ਦੇ ਜਿਹੜੇ ਵਾਲਿਦ ਸਨ ਨਾ, ਉਹਨਾਂ ਨੇ ख्वाब ਵੇਖਿਆ ਸੀ ਕਿ ਇੱਕ ਖੂਬਸੂਰਤ ਜਿਹਾ ਕਬੂਤਰ ਫਿਜ਼ਾ 'ਚ ਉੱਡ ਰਿਹਾ ਔਰ ਸਾਰੇ ਲੋਕ ਉਹਦੇ ਮਗਰ ਪੇ ਨੱਚਦੇ ਨੇ, ਔਰ ਉਹ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਉਹ ਕਿਸੇ ਦੀ ਪਕੜ ਵਿੱਚ ਨਹੀਂ ਆ ਰਿਹਾ। ਉਹਨਾਂ ਨੇ ਇਹ ਵੇਖਿਆ ਕਿ ਮੈਂ ਜਿਹੜਾ ख्वाब ਵਿੱਚ ਵੇਖਿਆ ਕਿ ਮੈਂ ਜਿਹੜਾ ਨੱਸ ਕੇ ਵੇਖਣਾ ਵਾ ਉਸ ਕਬੂਤਰ ਨੂੰ, ਔਰ ਮੈਂ ਵੀ ਕੋਸ਼ਿਸ਼ ਕਰਨਾ ਮੇਰੇ ਹੱਥ ਆ ਜਾਵੇ, ਤੇ ਉਹ ਖੁਦ ਬਖੁਦ ਜਿਹੜਾ ਉਹਨਾਂ ਦੀ ਝੋਲੀ 'ਚ ਆ ਕੇ ਗਿਰਦਾ। ਉਸ ਤੋਂ ਬਾਅਦ ਇਕਬਾਲ ਦੀ ਪੈਦਾਇਸ਼ ਹੋਈ, ਤੇ ਇਹ ਬੜਾ ਰੂਹਾਨੀ ਜਿਹੜਾ ਪਸ ਮੰਜ਼ਰ ਹੈ ਜਿਹਦੇ ਵਿੱਚ ਇਕਬਾਲ ਦੀ ਪੈਦਾਇਸ਼ ਹੋਈ ਹੈ। ਔਰ ਫਿਰ ਉਹਨਾਂ ਦੀ ਜਿਹੜੀ ਵਾਲਦਾ ਸਨ ਉਹ ਬਹੁਤ ਬੜੀਆਂ ਸੂਫੀ ਸਨ, ਔਰ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੀ ਤਰਬੀਅਤ ਇਸ ਹਾਲਾਤ ਵਿੱਚ ਕੀਤੀ, ਇਸ ਵਜ੍ਹਾ ਤੋਂ ਇਕਬਾਲ
ਜਿਹੜੇ ਸਨ ਨਾ ਉਹ ਇਹ ਜਿਹੜਾ ਖਾਬ ਹੈ ਇਹ ਰੋਸ਼ਨ ਹੈ ਕਲਬ ਦਾ ਨਿਸ਼ਾਨ, ਯਾਨੀ ਉਹਨਾਂ ਦਾ ਦਿਲ ਜਿਹੜਾ ਹੈ ਉਹ ਰੋਸ਼ਨ ਹੋ ਗਿਆ ਇਸ ਗੱਲ ਤੋਂ। ਫਿਰ ਉਸ ਬੁਨਿਆਦਾਂ ਤੇ ਇਕਬਾਲ ਜਿਹੜੇ ਉਹਨਾਂ ਦੀ ਪੈਦਾਇਸ਼ ਹੋਈ। ਇਹਨਾਂ ਦੇ ਇਸ ਰੂਹਾਨੀ ਬੁਨਿਆਦਾਂ ਤੋਂ ਇਕਬਾਲ ਜਿਹੜਾ ਹੈ ਉਹਨਾਂ ਦੀ ਤਰਬੀਅਤ ਹੋਈ, ਉਹ ਪਲੇ ਬੜੇ ਔਰ ਫਿਰ ਤਸਵੁਫ ਤੇ ਰੂਹਾਨੀਅਤ ਨਾਲ ਉਹਨਾਂ ਦੀ ਵਾਬਸਤਗੀ ਹੋਈ। ਤੇ ਇਕਬਾਲ ਜਿਹੜੇ ਨੇ ਉਹ ਆਪਣੀ ਇਨਰ ਕੋਰ ਨੂੰ, ਉਹ ਕਹਿੰਦੇ ਨੇ ਜਦੋਂ ਤੱਕ ਰੂਹ ਜਿਹੜੀ ਹੈ ਉਹ ਕੰਮ ਨਹੀਂ ਕਰੇਗੀ, ਉਹ ਇਨਸਾਨ ਦਾ ਜਿਸਮ ਜਿਹੜਾ ਉਹ ਰੂਹ ਦੇ ਮੁਤਾਬਿਕ ਹੀ ਚੱਲਦਾ ਨਾ, ਉਹਨੂੰ ਤੁਸੀਂ ਜ਼ਮੀਰ ਵੀ ਕਹਿ ਸਕਦੇ ਹੋ, ਉਹਨੂੰ ਤੁਸੀਂ ਖੁਦੀ ਵੀ ਕਹਿ ਸਕਦੇ ਹੋ, ਉਹਨੂੰ ਤੁਸੀਂ ਮੁਤਹਰਕ ਰਹਿਣਾ ਹਰਕਤ ਵੀ ਕਹਿ ਸਕਦੇ ਹੋ, ਉਹ ਹੀ ਇਨਸਾਨ ਨੂੰ ਮੋੜਦੀ ਹੈ, ਔਰ ਗੈਰਤ ਵੀ ਕਹਿ ਸਕਦੇ ਹੋ। ਤੇ ਇਸ ਵਜ੍ਹਾ ਤੋਂ ਇਕਬਾਲ ਜਿਹੜੇ ਨੇ ਉਹ ਰੂਹ ਨੂੰ ਮੁxtਲਿਫ ਪੈਰਾਏ ਚ ਬਿਆਨ ਕਰਦੇ ਨੇ, ਉਹਦਾ ਮੁxtਲਿਫ ਨਾਂ ਦਿੰਦੇ ਨੇ। ਜਿਸ ਤਰ੍ਹਾਂ ਜੀ ਮਲਕਾ ਮੈਂ ਤੁਹਾਡੀ ਗੱਲ ਕੱਟਣੀ ਆ ਵੀ ਜਿਹੜਾ ਇਹ ਮੈਂ ਤੁਹਾਡੇ ਕੋਲੋਂ ਇਹ ਸੁਣਨਾ ਚਾਹਨੀ ਆ ਕਿ ਮੈਨੂੰ ਇਹ ਦੱਸੋ ਤੁਸੀਂ ਕਿ ਜਿਹੜਾ ਇੱਕ ਇਕਬਾਲ ਨੇ ਮੁਕੰਮਲ ਇਨਸਾਨ ਦਾ ਇੱਕ ਕਨਸੈਪਟ ਦਿੱਤਾ ਨਾ, ਜਿਹਦੇ ਵਿੱਚ ਕਿ ਉਹਨਾਂ ਦਾ ਜਿਹੜਾ ਇੱਕ ਆਈਡੀਅਲਾਈਜ਼ਡ ਜਿਹੜਾ ਇੱਕ ਕਰੈਕਟਰ ਸੀ ਉਹ ਮਰਦ ਮੋਮਨ ਦਾ ਨਾਮ ਉਹਨੂੰ ਦਿੰਦੇ ਨੇ, ਠੀਕ ਹੈ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਇਕਬਾਲ ਦਾ ਉਹ ਇੱਕ ਮੁਕੰਮਲ ਇਨਸਾਨ ਦਾ ਇੱਕ ਮਰਦ ਮੋਮਨ ਦਾ ਕਨਸੈਪਟ ਹੈ, ਉਹਦੇ ਵਿੱਚ ਕੀ ਖਸੂਸੀਆਤ ਹੋਣੀਆਂ ਚਾਹੀਦੀਆਂ ਨੇ ਇਨਸਾਨ 'ਚ, ਤੇ ਅੱਜ ਦੇ ਨਾਲ ਮੈਨੂੰ ਇਹ ਵੀ ਦੱਸੋ ਕਿ ਅੱਜ ਦਾ ਜਿਹੜਾ ਤਾਲਬ ਇਲਮ ਹੈ ਸਾਡਾ, ਉਹਦੇ ਵਿੱਚ ਉਹਦੇ ਕੋਲ ਉਹਨੂੰ ਕੀ ਪੈਗਾਮ ਜਾਂਦਾ ਹੈ? ਦੇਖੋ ਇਕਬਾਲ ਨੇ ਦਰਅਸਲ ਜਿਹੜਾ ਆਪਣਾ ਫਲਸਫਾ ਪੇਸ਼ ਕੀਤਾ ਨਾ, ਉਹ ਨਟਸ਼ੇ ਦੇ ਮੁਕਾਬਲੇ 'ਚ ਮਰਦ ਮੋਮਨ ਦਾ ਫਲਸਫਾ ਪੇਸ਼ ਕੀਤਾ। ਨਟਸ਼ੇ ਨੇ ਆਖਿਆ ਕਿ ਇਨਸਾਨ ਜਿਹੜਾ ਫੌਕਲ ਬਸ਼ਰ ਹੈ, ਯਾਨੀ ਉਹ ਉੱਚੀ ਕੋਈ ਚੀਜ਼ ਹੈ ਸਾਰੀ ਬਸ਼ਰੀਅਤ। ਇਕਬਾਲ ਨੇ ਉਹਦੇ ਮੁਕਾਬਲੇ 'ਚ ਖੈਰੁਲ ਬਸ਼ਰ ਦਾ ਜਿਹੜਾ ਹੈ ਉਹ ਨਜ਼ਰੀਆ ਪੇਸ਼ ਕੀਤਾ। ਇਕਬਾਲ ਦੇ ਨਜ਼ਦੀਕ ਜਿਹੜਾ ਮੁਕੰਮਲ ਇਨਸਾਨ ਉਹ ਹੁੰਦਾ ਹੈ ਕਿ ਜਿਹਦੇ ਵਿੱਚ ਸਾਰੀਆਂ ਸਿਫਾਤ ਇਨਸਾਨੀਅਤ ਦੇ ਵਾਸਤੇ ਜਿਹੜੀਆਂ ਜ਼ਰੂਰੀ ਨੇ, ਉਹਦੇ ਵਿੱਚ ਗੈਰਤ ਵੀ ਹੋ ਗਈ, ਉਹਦੇ ਵਿੱਚ ਹਮੀਅਤ ਵੀ ਹੋ ਗਈ, ਉਹਦੇ ਵਿੱਚ ਅਤਾਤ ਵੀ ਹੋ ਗਈ, ਉਹਦੇ ਵਿੱਚ ਜ਼ਬਤੇ ਨਫਸ ਵੀ ਹੋ ਗਈ, ਉਹਦੇ ਵਿੱਚ ਖੁਦੀ ਵੀ ਹੋ ਗਈ, ਉਹਦੇ ਵਿੱਚ ਇਲਮ ਵੀ ਹੋ ਗਿਆ, ਉਹਦੇ ਵਿੱਚ ਸ਼ਊਰ ਵੀ ਹੋ ਗਿਆ, ਆਗਾਹੀ ਵੀ ਹੋ ਗਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਇੱਕ ਇਨਸਾਨ ਜਮਾ ਹੋ ਜਾਣ ਤੇ ਉਹਦੇ ਨਾਲ ਹੀ ਇੱਕ ਮਰਦ ਮੋਮਨ ਬਣਦਾ ਹੈ। ਔਰ ਇਕਬਾਲ ਨੇ, ਮੈਂ ਤੁਹਾਨੂੰ ਦੁਬਾਰਾ ਦੱਸਣੀ ਆ ਕਿ ਫੌਕੁਲ ਬਸ਼ਰ ਜਿਹੜਾ ਨਕਸ਼ੇ ਦੇ ਮੁਕਾਬਲੇ 'ਚ ਖੈਰੁਲ ਬਸ਼ਰ ਦਾ ਫਲਸਫਾ ਪੇਸ਼ ਕੀਤਾ, ਕਿਉਂਕਿ ਫੌਕੁਲ ਬਸ਼ਰ ਜਿਹੜਾ ਉਹ ਆਮਰੀਅਤ ਦੀ ਤਰਫ, ਤੁਹਾਨੂੰ ਤਕੱਬਰ ਦੀ ਤਰਫ ਲੈ ਕੇ ਜਾਂਦਾ ਹੈ, ਲੇਕਿਨ ਜਿਹੜਾ ਖੈਰੁਲ ਬਸ਼ਰ ਹੈ ਉਹ ਤੁਹਾਡੇ ਅੰਦਰ ਆਜਜ਼ੀ, ਤੁਹਾਡੇ ਅੰਦਰ ਅਤਾਤ, ਤੁਹਾਡੇ ਅੰਦਰ ਗੈਰਤ, ਤੁਹਾਡੇ ਅੰਦਰ ਖੁਦੀ, ਆਗਹੀ, ਇਹ ਸਾਰੀਆਂ ਚੀਜ਼ਾਂ ਪੇਸ਼ ਕਰਦਾ। ਜਿੱਦਾਂ ਇਕਬਾਲ ਕਹਿੰਦੇ ਨੇ ਇਸ ਖਸੂਸੀਅਤ ਨੂੰ ਬਿਆਨ ਕਰਦੇ ਹੋਏ ਕਿ ਕਹਾਰੀਓ, ਜब्बारियो, कुद्दूसियो, जबरूत, ये 4 अनासिर हो तो बनता है मुसलमान। यानी एक कंप्लीट मैन ਜਿਹੜਾ ਹੈ, ਕੰਪਲੀਟ ਮਰਦ ਮੋਮਨ ਜਿਹੜਾ ਹੈ, ਉਹ ਇਸ ਚੀਜ਼ਾਂ ਉਹਦੇ ਅੰਦਰ ਹੋਣ ਤੇ ਉਹ ਇੱਕ ਮੁਕੰਮਲ ਇਨਸਾਨ ਜਿਹੜਾ ਉਹ ਬਣਦਾ ਹੈ। ਤੇ ਇਸ ਤਰ੍ਹਾਂ ਇਕਬਾਲ ਨੇ ਔਰ ਜ਼ਿਆਦਾ ਆਪਣੇ ਮਰਦ ਮੋਮਨ ਨੂੰ ਉਹਨਾਂ ਨੇ ਕਿਧਰੇ ਸ਼ਾਹੀਨ ਨਾਲ ਔਰ ਕਿਧਰੇ ਜਿਹੜਾ ਹੈ ਉਹ ਮਰਦ ਹੁਰ ਨਾਲ ਉਹਨੂੰ ਜਿਹੜਾ ਬਿਆਨ ਕੀਤਾ ਹੈ। ਜਿਸ ਤਰ੍ਹਾਂ ਇਕਬਾਲ ਜਿਹੜਾ ਨੇ ਉਹ ਔਰ ਕਹਿੰਦੇ ਨੇ ਕਿ ਮਰਦ ਮੋਮਨ ਦੀ ਅਸਲ ਚੀਜ਼ ਜਿਹੜੀ ਉਹਦਾ ਅਮਲ ਔਰ ਉਹਦੀ ਰੂਹ ਹੈ। ਅਮਲ ਜਿਹੜਾ ਉਸ ਤੋਂ ਬਗੈਰ ਇਨਸਾਨ, ਜਿਸ ਤਰ੍ਹਾਂ ਇੱਕ ਫਾਰਸੀ ਦਾ ਉਹਨਾਂ ਦਾ ਇੱਕ ਕਿੱਤਾ ਹੈ ਕਿ ਉਹਨਾਂ ਦਾ ਕਿੱਤਾ ਹੈ ਕਿ ਸਾਹਿਲੇ ਉਫਤਾਦੇ ਗੁਫਤ गरचे बसी जीस्तम हिच न मालूम शुद आह के मन की इस्तम मौज खुद रफ्ताईज तेज खरामीद व गुफ्त हस्तम अगर मी रवन घर न रवम नीस्तम। ते ਇਹਦਾ ਤਰਜਮਾ ਇਹ ਵੇ ਕਿ ਇੱਕ ਗਿਰੇ ਪੜੇ ਹੋਏ ਜਿਹੜਾ ਸਾਹਿਲ ਹੈ, ਉਹਦੇ ਸਮੁੰਦਰ ਹੈ, ਉਹਨੇ ਕਿਹਾ ਕਿ ਅਗਰਚੇ ਮੈਂ ਬੜੇ ਅਰਸੇ ਤੱਕ ਜੀ ਰਿਹਾ ਵਾਂ, ਲੇਕਿਨ ਮੈਨੂੰ ਨਹੀਂ ਮਾਲੂਮ ਮੇਰੀ ਇਬਤਦਾ ਕਿੱਥੇ ਔਰ ਮੈਂ ਕੀ ਕਰ ਰਿਹਾ ਵਾਂ ਔਰ ਕਿੱਥੇ ਪਿਆ ਵਾਂ। एक तेज मौज उठी और चली और उन्हें आख्या कि तू ये हकीकत समझ, अगर तू चलदा रहे तो तू है में, अगर तू ना चले तो तू कुछ भी नहीं। ते इकबाल दा फलसफा जिहड़ा है ओ कामलियत दा इस तो वध के होर की है। बिल्कुल सही कह रहे हो मिस मलका रज़वाना। वही इकबाल दी शायरी है जिहड़ी ओहदे ते जाती पाई है, तो इकबाल कहंदा है खोल आंख जमीन देख, फलक देख, फजा देख, मशरिक से निकलते हुए सूरज को जरा देख। एक और जगह ते वो कहंदे ने तू शाही है, परवाज है काम तेरा, तेरे सामने आसमान और भी हैं। बिल्कुल ठीक है। वो कहंदे जेड़ा ये नौजवानों नूं झंझोड़न लई उन्हां क्या दिल में खुदा का होना लाजिम है इकबाल, सजदों में पड़े रहने से जन्नत नहीं मिलती। मतलब उन्होंने नौजवान ਨੂੰ ਅਮਲ ਤੇ ਅਮਲੇ ਪੈਰਾ ਹੋਣ ਦੀ ਜਿਹੜੀ ਹੈ ਨਾ ਉਹ ਦਰਸ ਦਿੱਤਾ ਹੈ ਤੇ ਉਹਦੇ ਤੇ ਫੋਕਸ ਕੀਤਾ ਹੈ।
ਬਹੁਤ ਵਧੀਆ ਗੱਲਾਂ ਕਰ ਰਹੇ ਨੇ ਮਿਸ ਮਲਕਾ ਰਜ਼ਵਾਨਾ, ਜਿਹੜਾ ਅਸੀਂ ਇਹਨਾਂ ਦੇ ਇਲਮ ਤੋਂ ਫੈਜ਼ਯਾਬ ਹੋ ਰਹੇ ਹਾਂ। ਤੇ ਇਸ ਟਾਈਮ ਜਿਹੜਾ ਹੈ ਅਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਫੀਡਬੈਕ ਨੂੰ ਤੇ ਕਮੈਂਟ ਨੂੰ। ਆਪਣੇ ਲਿਸਨਰਸ ਜਿਹੜੇ ਨੇ ਉਹ ਜਿਹੜਾ ਸਾਨੂੰ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ, ਉਮਰ ਅਰਸ਼ਦ भट्ट साहब कहते हैं इलामा मोहम्मद इकबाल पे गल हो रही है, माशाल्लाह बहुत अच्छी बात, इकबाल को याद रखा जा रहा है। अफसोस हम इकबाल को वो कदर ना दे सके, उसके अल्फाज को ना समझ सके जिसके नज़रियात से अभी तक कई ममालिक फ़ायदा हासिल कर रहे हैं और अपनी सोच में इकबाल को डाल रहे हैं। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਕਬਾਲ ਨੂੰ ਮਸ਼ਰਕ ਦਾ ਸ਼ਾਇਰ ਐਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਸ਼ਾਇਰੀ ਹੈ ਉਹ ਮੁਹੀਤ ਹੈ ਇੱਕ ਪੂਰੀ ਕਾਇਨਾਤ ਤੇ ਪੂਰੀ ਯੂਨੀਵਰਸ ਤੇ ਜ਼ਾਹਿਰ ਜਿਹੜਾ ਹੈ ਇਕਬਾਲ। अच्छा, मोहम्मद शकील साहब एक और कमेंट ਅਸੀਂ अपने प्रोग्राम में शामिल करांगे। मोहम्मद शकील साहब कहते हैं माशाल्लाह आज इकबाल के बारे में बात हो रही है, प्लीज़ इकबाल की किताब बांगे दरा के बारे में बताएं। मोहम्मद शकील आई जन इस्लामाबाद, बहुत शुक्रिया मोहम्मद शकील। बांगे दरा ते साडे नाल मेहमान मौजूद ने ते इंशाअल्लाह ਜਿਹੜਾ ਹੈ ਅਸੀਂ ਬਾਂਗੇ ਦਰਾ ਦੇ ਬਾਰੇ ਤੇ ਇਹਨਾਂ ਨਾਲ ਗੱਲਬਾਤ ਕਰਨੇ ਆ। ਇਸ ਟਾਈਮ ਜਿਹੜਾ ਅਸੀਂ ਇਲਾਮਾ ਮੁਹੰਮਦ ਇਕਬਾਲ ਦਾ ਇੱਕ ਜਿਹੜਾ ਅੱਛਾ ਇੱਕ ਹੋਰ ਕਮੈਂਟ ਸਾਡੇ ਕੋਲ ਆਇਆ, ਕਹਿੰਦੇ ਬਹੁਤ ਅੱਛਾ ਸ਼ੋ ਮਲਿਕ ਸਿਕੰਦਰ ਇਵਾਨ 11-3 इस्लामाबाद से बहुत शुक्रिया है। साड़ी तुहाडे बेसिकली जिहड़ा है ना ये हौसला अफजाई है, सानू समझो खून ही वधदा है इहदे नाल कोई सेर। अच्छा, मोहम्मद बदर खोखर कहंदे मैं आपका शो सुन रहा हूँ मैम, बहुत अच्छा लग रहा है, नाइस शो। मोहम्मद बदर रावलपिंडी, बहुत शुक्रिया बदर हौसला अफजाई के लिए। वकास शबीर साहब हैं, ये कहते हैं अस्सलाम वालेकुम रहमतुल्लाहि व बरकातहू, माशाल्लाह बहुत आला शो कर रहे हैं आप लोग। इकबाल रूह की बरसी के हवाले से रहमतुल्लाह अलैह की बरसी के हवाले से गुड, बहुत शुक्रिया वकास शबीर साहब। आपके जो फीडबैक है ये भी एक ताज़ा हवा का झोंका, ये जड़ा ये साढ़े वास्ते ताज़ा हवा का झोंका हुंदा है। बहुत शुक्रिया तुहाडा, तुसी जिहड़ा इन्नी मुहब्बत करदे हो, जिहड़ा शो सुनदे हो इसे तरह सुनदे रहो। तुसी जे मजीद कोई बेहतरी ਇਹਦੇ ਵਿੱਚ ਲਿਆਉਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਉਹਦੇ ਬਾਰੇ ਚ ਵੀ ਦੱਸ ਸਕਦੇ ਹੋ। ਹੁਣ ਜਿਹੜਾ ਅਸੀਂ ਇੱਕ ਕਲਾਮ ਸੁਣਾਂਗੇ ਤੇ ਕਲਾਮ ਸੁਣ ਕੇ ਮੁੜ ਕੇ ਵਾਪਸ ਆਵਾਂਗੇ ਤੇ ਇੱਥੋਂ ਹੀ ਗੱਲਬਾਤ ਦਾ ਸਿਲਸਿਲਾ ਜਿਹੜਾ ਮਿਸ ਮਲਿਕਾ ਰਜ਼ਵਾਨਾ ਨਾਲ ਸ਼ੁਰੂ ਕਰਾਂਗੇ ਕਿ ਇਕਬਾਲ ਨੇ ਜਿਹੜਾ ਤਸੱਵੁਰ ਦਿੱਤਾ ਹੁਦੀ ਦਾ ਤੇ ਆਲਮਗੀਰੀਅਤ ਦਾ ਤੇ ਜਿਹੜਾ ਸਾਨੂੰ ਰੂਹਾਨੀਅਤ ਦਾ ਦਰਸ ਦਿੱਤਾ, ਇੱਥੋਂ ਹੀ ਅਸੀਂ ਸ਼ੁਰੂ ਕਰਾਂਗੇ। ਤੁਸੀਂ ਸੁਣ ਰਹੇ ਹੋ FM 99.4 ਤੇ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿੱਲੇ ਹੁਮਾ। ਮੁੜ ਕੇ ਅਸੀਂ ਵਾਪਸ ਆਉਂਦੇ ਹਾਂ ਤੇ ਇੱਥੋਂ ਹੀ ਗੱਲਬਾਤ ਸ਼ੁਰੂ ਕਰਨੀ ਹੈ। ਮੁੜ ਕੇ ਅਸੀਂ ਵਾਪਸ ਆ ਗਏ। ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿੱਲੇ ਹੁਮਾ ਤੇ ਸਾਡੇ ਨਾਲ ਮੌਜੂਦ ਨੇ ਮਿਸ ਮਲਿਕਾ ਰਜ਼ਵਾਨਾ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇਲਾਮਾ ਮੁਹੰਮਦ ਇਕਬਾਲ ਸਾਹਿਬ ਤੇ ਉਹਨਾਂ ਦੀ ਸ਼ਾਇਰੀ ਤੇ ਉਹਨਾਂ ਦੇ ਜਜ਼ਬਾ ਹੁਦੀ ਆਲਮਗੀਰੀਅਤ ਤੇ ਉਹਨਾਂ ਨੇ ਜਿਸ ਤਰ੍ਹਾਂ ਪੂਰੀ ਦੁਨੀਆ ਨੂੰ ਜਿਹੜਾ ਮੁਤਾਸਰ ਕੀਤਾ ਆਪਣੇ ਕਲਾਮ ਦੇ ਜ਼ਰੀਏ। ਇਹਦੇ ਨਾਲ ਨਾਲ ਜਿਹੜਾ ਅਸੀਂ ਉਹਨਾਂ तमाम ਲੋਕਾਂ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪ੍ਰੋਗਰਾਮ ਵਿੱਚ ਜਿਹੜਾ ਹੈ ਸ਼ੁਕਰੀਆ ਅਦਾ ਕਰਨੇ ਜਿਨ੍ਹਾਂ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ। ਸੁਫਿਆਨ ਖਾਨ ਹੈ ਸੈਟਲਾਈਟ ਔਨ ਤੋਂ ਸਾਨੂੰ ਸੁਣ ਰਹੇ ਨੇ, ਬਹੁਤ ਸ਼ੁਕਰੀਆ ਸੁਫਿਆਨ ਖਾਨ। ਤੁਹਾਡਾ ਜਿਹੜਾ ਸਵਾਲ ਹੈ ਇਹਦਾ ਜਵਾਬ ਅਸੀਂ ਜਿਹੜਾ ਦਿਨੇ ਕਹਿੰਦੇ ਇਕਬਾਲ ਕੇ ਕਲਾਮ का किन किन ਜ਼ਬਾਨੋं में तर्जमा हुआ है ਅਸੀਂ ਜਿਹੜਾ ਆਪਣੇ ਮਹਿਮਾਨ ਨੂੰ ਪੁੱਛਾਂਗੇ। ਸਵਾਲ ਬਹੁਤ ਜ਼ਿਆਦਾ ਆ ਰਹੇ ਨੇ, ਫੀਡਬੈਕ ਬਹੁਤ ਜ਼ਬਰਦਸਤ ਆ ਰਿਹਾ, ਲੇਕਿਨ ਇਹਦੇ ਟਾਈਮ ਜ਼ਾਹਿਰ ਜੀ ਗੱਲ ਹੈ ਸੀ ਆਪਣਾ ਟਾਈਮ ਹੈ ਜਿਹੜਾ ਉਹ ਵੀ ਸਾਡੇ ਕੋਲ ਸ਼ਾਰਟ ਹੁੰਦਾ ਹੈ ਤੇ ਅਸੀਂ ਆਪਣੇ टाइम ਨੂੰ ਵੀ ਜਿਹੜਾ ਵੇਖਣਾ ਹੁੰਦਾ है। वकास शबीर साहब ने कहते हैं मैं FM 99.4 का रेगुलर लिसनर हूँ। मिस मलिका रज़वाना से सवाल है कि इकबाल की शायरी में रूमी अंग क्यों नज़र आता है। वकास शबीर साहब का ही कमेंट है, कहते अस्सलाम वालेकुम माशाल्लाह बहुत अच्छा शो है और इकबाल की रूह की बरसी के हवाले से बहुत अच्छा है, बहुत शुक्रिया वकास। जड़ा ये मिस मलिका मैं तुहानू पुछना चाहांगी कि देखो एक अज दा जिहड़ा मॉडर्न दौर दे विच हर बंदा आज़ाद है ते सोच भी आज़ाद होनी चाहिए है। इकबाल दे नज़दीक आज़ादी फिक्र दा तसव्वुर है जिहड़ा ओह की है। ਜ਼ਿੱਲੇ ਹੁਮਾ ਤੁਸੀਂ ਬਹੁਤ ਅੱਛਾ ਸਵਾਲ ਕੀਤਾ। ਆਜ਼ਾਦੀ ਫਿਕਰ ਕੀ ਹੋਣੀ ਚਾਹੀਦੀ ਹੈ। ਦੇਖੋ ਇੱਕ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ, ਠੀਕ ਹੈ। ਅਗਰ ਅਸੀਂ ਉਸ ਹਦੂਦ ਤੋਂ ਤਜਾਵਜ਼ ਕਰ ਜਾਈਏ ਤਾਂ ਉਹ ਅਨਲਿਮਿਟਿਡ ਚੀਜ਼ਾਂ ਜਿਹੜੀਆਂ ਨੇ ਉਹ ਅਮੂਮਨ ਕਿਸੇ ਵਾਸਤੇ ਵੀ ਕਾਬਲੇ ਕਬੂਲ ਨਹੀਂ ਹੁੰਦੀਆਂ। ਸਾਡਾ ਜਿਹੜਾ ਅੱਲਾਹ ਤਾਲਾ ਨੇ ਜਿਹੜਾ ਕਵਾਨੀਨ ਨੇ ਉਹ ਵੀ ਲਿਮਿਟ ਦੇ ਵਿੱਚ ਨੇ। ਤੁਸੀਂ ਫੌਜ ਨੂੰ ਵੇਖਿਆ, ਆਰਮੀ ਦਾ ਅਸੂਲੋ ਜ਼ਵਾਬਤ ਵੇਖੇ ਹੋਣਗੇ, ਸਾਰੇ ਇੱਕ ਲਿਮਿਟ ਦੇ ਅੰਦਰ ਕੰਮ ਕਰ ਰਹੇ ਨੇ, ਉਸ ਤੋਂ ਉੱਤੇ ਕੰਮ ਨਹੀਂ ਕਰਦੇ ਕਿਉਂਕਿ ਉਹ ਇੱਕ ਅਜੀਬ ਜਿਹਾ ਮਲਗੂਬਾ ਜਿਹਾ ਬਣ ਜਾਂਦਾ ਹੈ। बहरहाल इकबाल दा ए शेर जड़ा है आज़ादी फिक्र वास्ते मेरा तो ख्याल है काफ़ी जड़ा है परफेक्ट होएगा, मुकम्मल होएगा। इकबाल कहते ने आज़ादी अफकार से है उनकी तबाही, रखते नहीं जो फिक्र तदब्बर का सलीका, हो फिक्र अगर खाम तो आज़ादी अफकार इंसान को हैवान बनाने का तरीका। यानी अगर
ਆਜ਼ਾਦੀ ਜਿਹੜੀ ਹੈ ਉਹ ਇੱਕ ਹੱਦ ਤੱਕ ਉਸ ਤੋਂ ਉੱਤੇ ਤਜਾਵਜ਼ ਕਰ ਜਾਏ ਤੇ ਇਨਸਾਨ ਹੈਵਾਨੀਅਤ ਦੀ ਤਰਫ ਚਲਾ ਜਾਂਦਾ ਹੈ। ਲਿਹਾਜ਼ਾ ਇਕਬਾਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਆਜ਼ਾਦੀ ਫਿਕਰ 'ਚ ਤਦੱਬਰ ਹੋਣਾ ਚਾਹੀਦਾ ਹੈ, ਉਹਦੇ ਵਿੱਚ ਤਹਿਕੀਕ ਹੋਣੀ ਚਾਹੀਦੀ ਹੈ, ਉਹਦੀ ਸੋਚ ਜਿਹੜੀ ਹੈ ਉਹ ਇੰਨੀ ਆਜ਼ਾਦ ਨਾ ਹੋਵੇ ਕਿ ਜਿਸ ਤਰ੍ਹਾਂ ਤੁਸੀਂ ਬਾਹਾਂ ਫੈਲਾਓ ਤੇ ਨਾਲ ਵਾਲਾ ਬੰਦਾ ਜਿਹੜਾ ਉਹਦੇ ਮੂੰਹ ਤੇ ਮੁੱਕਾ ਪਵੇ, ਤੇ ਉਹਦਾ ਇੱਕ ਜਿਹੜਾ ਉਸ ਦਾਇਰੇ ਦਾ ਇੱਕ ਉਹਦੇ ਸਿਰੇ ਹੋਣੇ ਚਾਹੀਦੇ ਨੇ ਕਿ ਜਿਸ ਤਰ੍ਹਾਂ ਜ਼ਮੀਨ ਜਿਹੜੀ ਹੈ ਜਾਂ ਪੂਰੀ ਕਾਇਨਾਤ ਜਿਹੜੀ ਹੈ ਉਹ ਆਪਣੇ ਮਦਾਰ ਦੇ ਇਰਦ ਗਿਰਦ घूम रही है, ठीक है, और अगर वो अपने मदार तो हट जावे तो की होवे एक दूजे नाल टकरा जान। आज़ादी अफकार दी भी यही मैं मिसाल पेश करांगी और ओदे मुताबिक मैं उन्हां दी शेर भी पेश कीता है कि आज़ादी जिहड़ा अफकार है ओदे विच एक तदब्बर, एक सलीका, एक शाइस्तगी, एक अतात, एक हदूद दा इल्म रखना वो बहुत ज़्यादा ज़रूरी है। तो इकबाल भी यही कहते हैं। अच्छा मिस मलिका, एक चीज़ मैं जिहड़ी अजकल नोट कर रही हूं, देखो ना टेक्नोलॉजी ने बड़ी तरक्की कर ली है, लूम ने बड़ी तरक्की कर ली, मुख्तलिफ ਸ਼ੁਬਾ ਹੈ ਜ਼ਿੰਦਗੀ ਨੇ ਜਿਹੜੇ ਆ ਇਜਾਦ ਹੋ ਰਹੇ ਨੇ, ਤੇ ਇਕਬਾਲ ਦੀ ਸ਼ਾਇਰੀ ਦਾ ਵੀ ਅਸੀਂ ਜਿਸ ਟਾਈਮ ਜਾਇਜ਼ਾ ਲੈਂਦੇ ਆ, ਅਸੀਂ ਉਹਨੂੰ ਪੜ੍ਹਨੇ ਆ, ਸਟੱਡੀ ਕਰਨੇ ਆ, ਸਾਨੂੰ ਪਤਾ ਲੱਗਦਾ ਕਿ ਇਕਬਾਲ ਵੀ ਇੱਕ ਬੇਸਿਕਲੀ ਰੈਵੋਲੂਸ਼ਨਰੀ ਸਨ। ਉਹਨਾਂ ਨੇ ਵੀ ਲੋਕਾਂ ਦੀ ਅੰਦਰਖੁਦੀ ਦਾ ਜਜ਼ਬਾ ਬੇਦਾਰ ਕਰਨ ਦੀ ਕੀਤਾ ਹੈ, ਜਾਂ ਜੋ ਵੀ ਉਹਨਾਂ ਨੇ ਜਿਹੜਾ ਵੀ ਉਹਨਾਂ ਦਾ ਕਨਸੈਪਟ ਸੀ ਉਹਦੇ ਵਿੱਚ ਵੀ ਸਾਨੂੰ ਅਲੂਮ ਤੇ ਤਰੱਕੀ ਤੇ ਜਿੱਦਤ ਦਾ ਸਬਕ ਮਿਲਦਾ ਹੈ ਨਾ। ਤੁਸੀਂ ਇਕਬਾਲ ਦੀ ਫਿਕਰ ਦੀ ਰੋਸ਼ਨੀ ਵਿੱਚ ਅੱਜ ਦੇ ਜਿਹੜੇ ਅਲੂਮ ਤੇ ਟੈਕਨੋਲੋਜੀ ਤੇ ਮੁxtਲਿਫ ਸ਼ੁਬਾ ਹੈ ਜ਼ਿੰਦਗੀ ਨੇ ਜਿਹੜੇ, ਇਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? देखो, अल्लामा इकबाल ने कभी जिद्दत तो इनकार नहीं किया, बल्कि वो जदीद दुनिया नू जिहड़ा है वो खोजन दी अपने नौजवानों नू जिहड़े ने वो उभारदे ने, क्योंकि हदीस भी है ना कि मोमिन वो भी जिहड़ा जिद्दत दे नाल चलदा है, ते ये इकबाल किस तरह इस नजरिए तो पीछे हट सकते हैं। लेकिन इकबाल जिहड़े ने खुद कहते हैं कि अहले नजर ज़ौक़े नजर खूब है, लेकिन जो शय की हकीकत को नस देखे वो नजर क्या, बेमौजा दुनिया में उभरती नहीं कौमें, जो ज़रबे कलीमी नहीं रखता वो हुनर क्या। यानी ਉਹ ਹੁਨਰ ਦਾ ਕੀ ਫਾਇਦਾ ਕਿ ਜਿਹਨੂੰ ਤੁਸੀਂ ਆਜ਼ਮਾਓ ਉਹਦੇ ਵਿੱਚੋਂ ਜ਼ਰਬ ਕਲੀਮੀ ਦਾ ਜਿਹੜਾ ਅਸਰ ਹੀ ਨਾ ਹੋਵੇ। ਮੌਜਜ਼ੇ ਵੀ ਇਨਸਾਨ ਖੁਦ ਹੀ ਪੈਦਾ ਕਰਦਾ ਨਾ। ਲਿਹਾਜ਼ਾ ਜਿਹੜਾ ਰਿਸਰਚਰ ਹੈ ਜਾਂ ਜਿਹੜਾ ਇਲਮ ਅੱਜਕੱਲ ਇਹ ਨਹੀਂ ਕਿ ਤੁਸੀਂ ਤਾਲੀਮ ਜਿਹੜੀ ਹੈ ਉਹ ਹੋਰ ਚੀਜ਼ ਹੈ, ਇਲਮ ਹੋਰ ਚੀਜ਼ ਹੈ। ਇਲਮ ਉਹ ਹੁੰਦਾ ਜਿਹੜਾ ਖੋਜਦਾ ਹੈ ਹਰ ਚੀਜ਼ ਨੂੰ, ਔਰ ਉਹ ਤਰੱਕੀ ਦੀ ਰਾਹ ਤੇ ਗਾਮਜ਼ਨ ਕਰਦਾ ਹੈ, ਜਿੱਦਤ ਦੀ ਰਾਹ ਤੇ ਗਾਮਜ਼ਨ ਕਰਦਾ ਹੈ। ਯਾਨੀ ਤੁਸੀਂ ਰਿਸਰਚ ਕਰੋ ਜਿਹਦੇ ਵਿੱਚ ਕੌਮਾਂ ਅੱਗੇ ਵਧਣ, ਅੱਗੇ ਉਹਨਾਂ ਉਹ ਤਰੱਕੀ ਕਰਨ, ਦੁਨੀਆ ਦੇ ਸ਼ਾਨਾ ਬਸ਼ਾਨਾ ਕੰਮ ਕਰਨ। ਤੇ ਉਹ ਜਿਹੜਾ ਉਹ ਕਹਿੰਦੇ ਨੇ ਕਿ ਜੋ ਜ਼ਰਬੇ ਕਲੀਮੀ ਨਹੀਂ ਰੱਖਤਾ ਉਹ ਹੁਨਰ ਕਿਆ, ਯਾਨੀ ਉਸ ਹੁਨਰ ਨੂੰ ਪੜਨ ਦਾ ਕੀ ਫਾਇਦਾ ਜਦੋਂ ਤੁਸੀਂ ਆਜ਼ਮਾਓ ਤੇ ਉਹ ਖੋਟਾ ਸਿੱਕਾ ਨਿਕਲੇ। ਲਿਹਾਜ਼ਾ ਤੁਸੀਂ ਟੈਕਨੋਲੋਜੀ ਨੂੰ ਹਾਸਿਲ ਕਰੋ, ਜਿੱਦਤ ਦੇ ਨਾਲ ਹਮ ਆਹੰਗ ਕਰਨ ਦੀ ਇਕਬਾਲ ਨੇ ਆਪਣੇ ਫਿਕਰ ਜਿਹੜੇ ਨੇ ਜਾਂ ਸੋਚ ਵਿੱਚ ਨੌਜਵਾਨਾਂ ਨੂੰ ਆਖਿਆ ਕਿ ਅੱਗੇ ਵਧੋ, ਲੇਕਿਨ ਉਸ ਇਸ ਤਰ੍ਹਾਂ ਵਧੋ ਕਿ ਅੰਦਰ ਤਹਿ ਤੱਕ ਪਹੁੰਚ ਜਾਓ। ਤੇ ਜਿਹੜੀਆਂ ਮਗਰਬੀ ਕੌਮਾਂ ਨੇ ਸਾਡੇ ਤੋਂ ਅੱਗੇ ਕਿਉਂ ਨੇ? ਕਿਉਂਕਿ ਹਰ ਚੀਜ਼ ਦੀ ਤਹਿ ਤੱਕ ਪਹੁੰਚਦੀਆਂ ਨੇ, ਜਿਹੜਾ ਕਦੀ ਮੁਸਲਮਾਨਾਂ ਵਿੱਚ ਜਾਂ ਸਾਡੀ ਉਮਤ ਮੁਸਲਮਾਨ ਵਿੱਚ ਇਹ ਸੀ। ਰਿਸਰਚਰ ਜਿਹੜੇ ਸਨ ਕਿੱਡੇ ਵੱਡੇ ਵੱਡੇ ਸਨ, ਇਬਨ ਸੀਨਾ ਵੇਖ ਲਵੋ, ਜ਼ਰਾਹਵੀ ਵੇਖ ਲਵੋ, ਤੇ ਇਹ ਇਕਬਾਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਆਪਣੇ ਹੁਨਰ ਨੂੰ ਜਿੱਦਤ ਦੇ ਨਾਲ ਇਸ ਤਰ੍ਹਾਂ ਜੋੜੋ ਕਿ ਤੁਸੀਂ ਮੁਖਲਿਸ ਹੋ ਕੇ ਇਲਮ ਹਾਸਿਲ ਕਰੋ। ਸਿਰਫ ਡਿਗਰੀਆਂ ਦੀ ਖਾਤਰ ਨਾ ਇਲਮ ਹਾਸਿਲ ਕਰੋ, ਬਲਕਿ ਉਹਦੇ ਅੰਦਰ ਤੁਸੀਂ ਲਿਟਰੇਚਰ ਪੜੋ, ਕੋਈ ਗੱਲ ਨਹੀਂ, ਤੁਸੀਂ ਸਾਇੰਸ ਪੜੋ, ਕੋਈ ਗੱਲ ਨਹੀਂ, ਹਰ ਚੀਜ਼ ਪੜੋ, ਸਿਆਸੀਆਤ ਪੜੋ, ਮਾਸ਼ੀਆਤ ਪੜੋ, ਲੇਕਿਨ ਬੇਸਿਕ ਚੀਜ਼ਾਂ ਜਿਹੜੀਆਂ ਅਸੀਂ ਫਰਾਮੋਸ਼ ਕਰ ਦਿੰਦੇ ਆ, ਅਸੀਂ ਸਿਰਫ ਚੰਦ ਨੋਟਸ ਬਣਾ ਲੈਂਦੇ ਆ ਤਾਂ ਕਿ ਸਾਨੂੰ ਨੰਬਰ ਜ਼ਿਆਦਾ ਮਿਲੇ। ਇਕਬਾਲ ਕਹਿੰਦੇ ਨੇ ਕਿ ਇਲਮ ਨੂੰ ਇਲਮ ਦੀ ਹੈਸੀਅਤ ਨਾਲ ਜਿਹੜਾ ਉਹ ਸਮਝੋ, ਵਰਨਾ ਕੀ ਹੈ ਕਿ ਜੋ ਜ਼ਰਬੇ ਕਲੀਮੀ ਨਹੀਂ ਰੱਖਤਾ ਉਹ ਹੁਨਰ ਕਿਆ। ਵਾਹ। ਅੱਛਾ ਮੈਡਮ ਮਲਕਾ, ਇੱਕ ਹੋਰ ਚੀਜ਼ ਜਿਹੜੀ ਕਿ ਮੈਨੂੰ ਅੱਜ ਕੱਲ੍ਹ ਬੜੀ ਪੰਚ ਕਰਦੀ ਹੈ ਕਿ ਦੁਨੀਆ ਦੇ ਕਮਜ਼ੋਰ ਕੌਮਾਂ ਵੀ ਬਹੁਤ ਸਾਰੀਆਂ ਨੇ ਜਿਨ੍ਹਾਂ ਤੇ ਜ਼ੁਲਮ ਸਿਤਮ ਵੀ ਹੋ ਰਿਹਾ, ਟੈਕਸ ਦੀ ਫਾਰਮ ਵਿੱਚ, ਸੂਦ ਦੀ ਫਾਰਮ ਵਿੱਚ, ਕਰਜ਼ੇ ਦੀ ਫਾਰਮ ਵਿੱਚ ਬਹੁਤ ਸਾਰੇ ਮਮਾਲਕ ਐਸੇ ਨੇ ਜਿਨ੍ਹਾਂ ਦੇ ਉੱਤੇ ਜ਼ੁਲਮ ਜਿਹੜਾ ਉਹ ਕੀਤਾ ਜਾ ਰਿਹਾ ਹੈ। ਦੁਨੀਆ ਦੀਆਂ ਜਿਹੜੀਆਂ ਤਾਕਤਵਰ ਕੌਮਾਂ ਨੇ ਉਹ ਹਰ ਵਕਤ ਕਿਸੇ ਨਾ ਕਿਸੇ ਵਕਤ ਹਰ ਵਕਤ ਜਿਹੜਾ ਉਹ ਕੋਈ ਨਾ ਕੋਈ ਤਰੀਕਾ ਢੂੰਡਣ 'ਚ ਲੱਗੀਆਂ ਨੇ ਕਿ ਜਿਹੜੇ ਮੁਲਕ ਇਕਨੋਮਿਕਲੀ ਰਿਚ ਨਹੀਂ ਹੈ, ਜਿਹਨਾਂ ਦੇ ਕੋਲ ਰਿਸੋਰਸਿਸ ਨਹੀਂ ਹੈ, ਜਿਹੜੇ ਕਮਜ਼ੋਰ ਨੇ ਬੁਨਿਆਦੀ ਤੌਰ ਤੇ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਮਜ਼ੀਦ ਜਿਹੜਾ ਉਹਨਾਂ ਤੇ ਚੜ੍ਹਾਈ ਕਰ ਸਕਦੇ ਹਾਂ ਤੇ ਉਹਨਾਂ ਨੂੰ ਆਪਣੇ ਥੱਲੇ ਲਾ ਕੇ ਰੱਖ ਸਕਦੇ ਹਾਂ। ਇਹਦੇ ਬਾਰੇ 'ਚ ਇਕਬਾਲ ਦੀ ਜਿਹੜੀ ਸ਼ਾਇਰੀ ਹੈ ਜਾਂ ਉਹਦਾ ਤਸੱਵੁਰ ਹੈ, ਉਹਦਾ ਜਿਹੜਾ ਫਲਸਫਾ ਹੈ, ਉਹਦੇ ਵਿੱਚ ਸਾਨੂੰ ਕੀ ਇਸ ਚੀਜ਼ ਦੇ ਹਵਾਲੇ ਨਾਲ ਕੋਈ ਹੱਲ ਮਿਲਦਾ ਹੈ, ਕੋਈ ਉਹਨਾਂ ਦਾ ਤਸੱਵੁਰ, ਕੋਈ ਉਹਨਾਂ ਦੀ ਫਿਕਰ ਜਿਹੜੀ ਉਹਦੇ ਤੇ ਜ਼ਰਾ ਰੋਸ਼ਨੀ ਪਾਓ। ਜ਼ਿਲ੍ਹੇ ਹੁਮਾ, ਤੁਹਾਡੇ ਸਵਾਲ ਮੈਨੂੰ ਲੱਗਦਾ ਤੁਸੀਂ ਬੜੀ ਤਹਿਕੀਕ ਕਰਕੇ ਆਪਣੇ ਸਵਾਲ ਜਿਹੜੇ ਨੇ ਮੇਰੇ ਸਾਹਮਣੇ ਰੱਖੇ ਨੇ, ਔਰ ਐਕਸੀਲੈਂਟ। ਮੈਂ ਬੜੀ ਮੁਤਾਸਰ ਹੋਈ ਹਾਂ ਤੁਹਾਡੇ ਇਸ ਚੀਜ਼ ਤੋਂ ਕਿ ਤੁਸੀਂ ਬਹੁਤ ਪਿਆਰੇ ਸਵਾਲ ਕੀਤੇ ਨੇ। ਮੈਂ ਇਸ ਤੋਂ
ਸ਼ੁਰੂ ਤੋਂ ਹੀ ਜਾਣੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਸ ਮੰਜ਼ਰ ਦੱਸਿਆ ਸੀ ਕਿ ਪਸ ਮੰਜ਼ਰ ਕੀ ਹੈ, ਇਕਬਾਲ ਕਿਸ ਤਰ੍ਹਾਂ ਕਿਸ ਹਾਲਤ ਦੇ ਵਿੱਚ ਜਿਹੜਾ ਉਹ ਇਕਬਾਲ ਬਣੇ, ਕੀ ਉਹ ਸਟੇਟ ਆਫ ਯਾਨੀ ਕੰਡੀਸ਼ਨ ਕੀ ਸੀ ਉਸ ਵੇਲੇ ਦੁਨੀਆ ਦੀ ਜਾਂ ਕੌਮਾਂ ਦੀ, ਕੀ ਹਾਲਤ ਸੀ। ਕਮਜ਼ੋਰੀ ਸਭ ਤੋਂ ਵੱਡੀ ਚੀਜ਼ ਸਾਡੀ ਕਮਜ਼ੋਰੀ ਹੈ। ਉਹਨੂੰ ਤੁਸੀਂ ਖੁਦ ਹੀ ਗੈਰਤ, ਸ਼ਊਰ, ਆਗਹੀ ਦੀ ਕਮੀ ਜਾਂ ਜੋ ਵੀ ਕਹਿ ਲਵੋ ਤੁਸੀਂ ਕਹਿ ਸਕਦੇ ਹੋ। ਤੇ ਇਕਬਾਲ ਨੇ ਚੂੰਕਿ ਇਹੋ ਜਿਹੇ ਹਾਲਾਤ 'ਚ ਜਨਮ ਲਿਆ, ਇਕਬਾਲ ਦਾ ਇੱਕ ਸ਼ੇਰ ਜਿਹੜਾ ਉਹ ਬੜਾ ਜ਼ਬਰਦਸਤ ਹੈ, ਅਗਰ ਤੁਹਾਡੀ ਇਜਾਜ਼ਤ ਹੋਵੇ ਮੈਂ ਐਸੀ ਕੌਮਾਂ ਜਿਹੜੀਆਂ ਨੇ ਜਿਹੜੇ ਸਾਡੇ ਉੱਤੇ ਛਾ ਜਾਂਦੀਆਂ ਨੇ ਉਹਦੇ ਬਾਰੇ 'ਚ ਕੀ ਕਹਿੰਦੇ ਨੇ, ਤਕਦੀਰ ਕੇ ਕਾਜ਼ੀ का ये फतवा है अजल से है जुर्मे ज़ईफ़ी की सज़ा मर्गे मुफाजा। यानी ਜਿਹੜਾ ਬੰਦਾ ਕਮਜ਼ੋਰ ਹੁੰਦਾ ਹੈ ਉਹ ਮਰ ਜਾਂਦਾ ਹੈ, ਉਹਦੇ ਤੇ ਦੂਸਰੇ ਹਾਵੀ ਹੋ ਜਾਂਦੇ ਨੇ। ਉਸ ਕਮਜ਼ੋਰੀ ਨੂੰ ਇਕਬਾਲ ਕਹਿੰਦੇ ਨੇ ਕਿ ਜੁਰਮੇ ਜ਼ਈਫੀ ਦੀ ਸਜ਼ਾ ਹੀ ਮੌਤ ਹੈ। ਤੇ ਉਸ ਤੁਸੀਂ ਆਪਣੇ ਆਪ ਨੂੰ ਅਗਰ ਕਮਜ਼ੋਰੀ ਹੈ, ਕੀ ਹੁੰਦੀ ਹੈ ਕਮਜ਼ੋਰੀ ਤੋਂ ਮੁਰਾਦ ਇਹ ਨਹੀਂ ਹੈ ਕਿ ਤੁਸੀਂ ਪਤਲੇ ਦੁਬਲੇ, तो कायदे आजम भी सन पतले दुबले, लेकिन उन्होंने अपनी खुद ही अपनी आगही अपने आप ਨੂੰ ਜਾਣਿਆ। ਇਹ ਇਨਕਲਾਬ ਕੀ ਹੁੰਦਾ ਹੈ, ਇੱਕ ਰਹਿਨੁਮਾ ਦੇ ਕੀ ਅਸੂਲ ਹੁੰਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇਕਬਾਲ ਇਹਦੇ ਬਾਰੇ ਚ ਰੋਸ਼ਨੀ ਪਾਉਂਦੇ ਨੇ ਕਿ ਇੱਕ ਨੇਸ਼ਨ ਜਿਹੜੀ ਉਹ ਤਾਕਤਵਰ ਕਿਸ ਤਰ੍ਹਾਂ ਬਣਦੀ ਹੈ, ਉਹਨੂੰ ਤਾਕਤਵਰ ਅਗਰ ਨਾ ਹੋਏਗੀ ਤਾਂ ਕਿਸ ਤਰ੍ਹਾਂ ਕੌਮਾਂ ਉਹਦੇ ਤੇ ਆਪਣੇ ਪੰਜੇ ਗਾੜ ਲੈਂਦੀਆਂ ਨੇ ਔਰ ਪੂਰੀ ਦੁਨੀਆ ਚੋਂ ਖੁਆਰ ਹੁੰਦੀਆਂ ਨੇ। ਤੇ ਜੁਰਮੇ ਜ਼ਈਫੀ ਅਸਲ ਵਿੱਚ ਮਰਗੇ ਮੁਫਾਜਾਤ ਹੈ। अगर तुसी अपने आप ਨੂੰ ਕਮਜ਼ੋਰ ਕਰ ਲਵੋਗੇ ਤੇ ਤਾਕਤਵਰ ਕੌਮਾਂ ਜ਼ਾਹਿਰ ਹੈ ਤਾਕਤ ਆਪਣਾ ਨਫੂਸ ਚਾਹੁੰਦੀ ਹੈ, ਤੁਹਾਨੂੰ ਦਬੋਚ ਲਏਗੀ। ਇਸੇ ਤਰ੍ਹਾਂ ਇੱਕ ਜਿਹੜਾ ਪਲਿਆ ਹੋਇਆ ਮੁਰਗਾ ਉਹਨੂੰ ਇੱਕ ਬਿੱਲਾ ਵੀ ਨਹੀਂ ਕਾਬੂ ਕਰ ਸਕਦਾ, ਲੇਕਿਨ ਇੱਕ ਕਮਜ਼ੋਰ ਜਿਹੜਾ ਚੂਜ਼ਾ ਉਹਦੇ ਤੇ ਬਿੱਲਾ ਹਮਲਾ ਕਰਕੇ ਉਹਨੂੰ ਖਾ ਜਾਂਦਾ। ਤੇ ਇਕਬਾਲ ਵੀ ਇਹੀ ਕਹਿੰਦੇ ਨੇ ਕਿ तकदीर के काजी का ये, इसलिए गिला नहीं कि तकदीर के काजी का ये फतवा है अजल से है जुर्मे ज़ईफ़ी की सज़ा मर्गे मुफाजा। ਅੱਛਾ ਮੈਡਮ ਮਲਿਕਾ ਰਿਜ਼ਵਾਨਾ, ਮੈਂ ਇਕਬਾਲ ਸਾਹਿਬ ਨਾ ਮੈਂ ਜਿੰਨਾ ਉਹਨਾਂ ਨੂੰ ਨੋਟ ਪੜ੍ਹਿਆ ਹੈ ਜਾਂ ਜਿੰਨਾ ਮੇਰਾ ਥੋੜਾ ਸਾਰਾ ਨੌਲੇਜ ਹੈ, ਅੱਛਾ ਉਹਨਾਂ ਨੇ ਨਾ ਆਪਣੇ ਇੱਕ ਅੱਛਾਈ ਤੇ ਬੁਰਾਈ ਦਾ ਜਿਹੜਾ ਕਨਸੈਪਟ ਹੈ ਨਾ ਉਹ ਬੜਾ ਡਿਫਰੈਂਟ ਪੇਸ਼ ਕੀਤਾ ਹੈ। ਠੀਕ ਹੈ, ਅਸੀਂ ਕਿਸੇ ਨੂੰ ਸਹੀ ਸਮਝਦੇ ਹਾਂ ਨਾ ਤੇ ਅਸੀਂ ਉਸ ਬੰਦੇ ਨੂੰ ਕਹਿੰਦੇ ਹਾਂ ਜਿਹਨੇ 100% ਸਹੀ ਹੈ, ਜਿਹਨੇ ਐਡੀ ਦਾੜੀ ਰੱਖ ਕੇ ਮਸਜਿਦ 'ਚ 24 ਘੰਟੇ ਬੈਠਾ ਰਹਿੰਦਾ ਅਸੀਂ ਕਹਿੰਦੇ ਹਾਂ ਸਹੀ ਹੈ। ਠੀਕ ਹੈ, ਅੱਛਾ ਇਕਬਾਲ ਸਾਹਿਬ ਦਾ ਫਲਸਫਾ ਜਿਹੜਾ ਇਹਦੇ ਤੋਂ ਮੈਨੂੰ ਡਿਫਰੈਂਟ ਨਜ਼ਰ ਆਇਆ। ਠੀਕ ਹੈ, ਜਿਕਣ ਉਹ ਕਹਿੰਦੇ ਨੇ ਬਾਤ ਸਜਦੂं की नहीं हलूसे दिल की होती है इकबाल, हर मैखाने में शराबी और हर मस्जिद में नमाजी नहीं होता। ਅਸੀਂ ਇਨਸਾਨ ਇੱਕ ਵਕਤ ਵਿੱਚ ਗੁਨਾਹ ਕਰਨਾ ਹੀ ਇਨਸਾਨ ਦੀ ਜਿਹੜਾ ਇਨਸਾਨੀਅਤ ਦੀ ਮਿਰਾਜ ਮਤਲਬ ਇਨਸਾਨੀਅਤ ਹੋਣ ਦਾ ਸਬੂਤ ਹੈ, ਵਰਨਾ ਫਰਿਸ਼ਤੇ ਜਿਹੜੇ ਨੇ ਉਹ ਤੇ ਹਮਾ ਵਕਤ ਜਿਹੜਾ ਹੈ ਉਹ ਇਬਾਦਤ ਵਿੱਚ ਮਸਰੂਫ ਹੁੰਦੇ ਨੇ, ਕਿਉਂਕਿ ਅਸੀਂ ਇਨਸਾਨ ਹਾਂ, ਅਸੀਂ ਹਰ ਵਕਤ ਅੱਛੇ ਨਹੀਂ ਹੁੰਦੇ, ਹਰ ਵਕਤ ਬੁਰੇ ਨਹੀਂ ਹੁੰਦੇ। ਮੈਂ ਆਪੇ ਜ਼ਾਤੀ ਤੌਰ ਤੇ ਕਹਿੰਦੀ ਹਾਂ ਕਿ ਜਿਹੜਾ ਹੈ ਹਰ ਵਕਤ ਤੁਸੀਂ ਵੇਖੋ ਨਾ ਇੱਕ ਬੰਦਾ ਹੈ ਜਿਹੜਾ ਉਹ ਕੋਈ ਗੁਨਾਹ ਕਰਦਾ ਹੈ ਤੇ ਦੂਜੇ ਵਕਤ ਤੁਸੀਂ ਉਹ ਵੇਖੋ ਤਾਂ ਕਿਸੇ ਹਸਪਤਾਲ ਪਹੁੰਚਿਆ ਹੁੰਦਾ ਖੂਨ ਦੀ ਬੋਤਲ ਦੇਣ, ਤੇ ਯਕੀਨਨ ਉਹਦੇ ਵਿੱਚ ਇੱਕ ਅੱਛਾਈ ਤੇ ਬੁਰਾਈ ਦਾ ਜਿਹੜਾ ਉਹ ਹਰ ਅੰਸਰ ਹਰ ਇਨਸਾਨ ਵਿੱਚ ਮੌਜੂਦ ਹੈ। ਤੇ ਇਕਬਾਲ ਨੇ ਜਿਹੜੇ ਇਹਨਾਂ ਨੇ ਵੀ ਇਸ ਚੀਜ਼ ਤੇ ਬੜਾ ਜਿਹੜਾ ਫੋਕਸ ਕੀਤਾ ਹੈ। ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਅੱਛਾਈ ਤੇ ਬੁਰਾਈ ਦਾ ਐਵੇਂ ਅਸਲ ਵਿੱਚ ਤੇ ਸਵਾਲ ਇਸ ਵਾਸਤੇ ਇਹ ਵੀ ਪੁੱਛਣਾ ਇਸ ਵਾਸਤੇ ਜ਼ਰੂਰੀ ਹੈ ਕਿਉਂਕਿ ਦੇਖੋ ਅੱਜ ਦਾ ਤਾਲਬ ਇਲਮ ਹੈ ਜਿਹੜਾ ਅੱਜ ਦਾ ਸਟੂਡੈਂਟ ਹੈ ਜਿਹੜਾ ਸਾਨੂੰ ਨਾ ਅਸੀਂ ਜਿਹੜੇ ਵੇਲੇ ਮੁਆਸ਼ਰੇ ਚ ਕਰਨੇ ਆ ਨਾ ਐਨਾਲਿਸਿਸ ਕਰਨੇ ਆ, ਅਸੀਂ ਕਹਿੰਦੇ ਆ ਜੀ ਅੱਜ ਦਾ ਸਟੂਡੈਂਟ ਇੰਜ ਦਾ ਹੋ ਗਿਆ, ਅੱਜ ਦਾ ਤਾਲਬ ਇਲਮ ਇੰਜ ਹੋ ਗਿਆ, ਅੱਜ ਦਾ ਇੰਜ ਹੋ ਗਿਆ, ਅੱਜ ਤੋਂ 40 ਸਾਲ ਪਹਿਲੇ 30 ਸਾਲ ਪਹਿਲੇ ਤੇ ਇੰਜ ਸੀ। ਠੀਕ ਹੈ, ਮਤਲਬ ਇਸ ਕੰਟੈਕਸਟ ਵਿੱਚ ਮੈਨੂੰ ਦੱਸੋ ਤੁਸੀਂ ਕਿ ਜਿਹੜਾ ਅੱਜ ਦਾ ਨੌਜਵਾਨ ਹੈ ਉਹਦਾ ਜਿਹੜਾ ਜਜ਼ਬਾ ਹੈ ਉਹ ਇਕਬਾਲ ਦੀ ਅਫਕਾਰ ਨਾਲ ਕਿੰਨਾ ਮੈਚ ਕਰਦਾ ਹੈ, ਜਾਂ ਸਾਨੂੰ ਆਪਣਾ ਜਿਹੜਾ ਨੌਜਵਾਨ ਹੈ ਉਹਨੂੰ ਕਿਸ ਪਾਸੇ ਲਾਉਣ ਦੀ ਜ਼ਰੂਰਤ ਹੈ? ਇਕਬਾਲ ਨੇ ਦਾ ਪੈਗਾਮ ਹੀ ਨੌਜਵਾਨਾਂ, ਸੱਚੀ ਗੱਲ ਤੇ ਇਹ ਵੇ ਕਿ ਨੌਜਵਾਨਾਂ ਨੂੰ ਹੀ ਉਹਨਾਂ ਨੇ ਮੁਖਾਤਬ ਕੀਤਾ ਹੈ। ਉਹਨਾਂ ਦੀ ਜਿਹੜੀ ਜਿੰਨਾ ਵੀ ਫਨ ਹੈ ਉਹਨਾਂ ਨੇ ਨੌਜਵਾਨਾਂ ਨੂੰ ਹੀ ਮੁਖਾਤਬ ਕਰਕੇ ਪੇਸ਼ ਕੀਤਾ ਹੈ। ਔਰ ਜਗ੍ਹਾ ਜਗ੍ਹਾ ਕਹਿੰਦੇ ਨੇ, ਜਿਸ ਤਰ੍ਹਾਂ ਕਹਿੰਦੇ ਨੇ ਆਪਣੀ ਦੁਨੀਆ ਆਪ ਪੈਦਾ ਕਰ ਅਗਰ ਜ਼ਿੰਦੋ में सिरे आदम है ज़मीरे कुन फ़िका है जिंदगी, यानी तेरे अंदर इन्नी ताकत होनी चाहिए कोई चीज तू कवे हो जाते हो जावे। ਤੇ ਫਿਰ ਇੱਕ ਹੋਰ ਜਗ੍ਹਾ ਖਾਸ ਤਾਲਿਬ ਇਲਮਾਂ ਵਾਸਤੇ ਇਕਬਾਲ ਦਾ ਕੀ ਪੈਗਾਮ ਹੈ मैं तुम दसनी है। कहते ने कि खुदा तुझे किसी तूफान से आशना कर दे कि तेरे बहर के मौजों में इज़्तिराब नहीं, तुझे किताब से मुमकिन नहीं फरोग के तू किताब खां है मगर साहिबे किताब नहीं। किताबां तो तू बड़ियां तकरीरां ते तू बड़ियां करना है, लेकिन तू आप की इजाद कीता है,
ਤੂੰ ਆਪ ਤੈਨੂੰ ਅੱਗੇ ਵਧਣਾ ਚਾਹੀਦਾ ਇਜਾਦ, ਔਰ ਉਹਦੇ ਵਾਸਤੇ ਤੈਨੂੰ ਆਪਣੀ ਖੁਦੀ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ, ਆਪਣੇ ਅੰਦਰ ਨੂੰ, ਕਿਉਂਕਿ ਅੱਲਾਹ ਤਾਲਾ ਨੇ ਜਿੰਨੀਆਂ ਸਲਾਹੀਅਤਾਂ, ਦੇਖੋ ਅੱਲਾਹ ਦੀ ਫੂਕ ਹੈ ਸਾਡੇ ਅੰਦਰ, ਅੱਲਾਹ ਨੇ ਆਪਣੀ ਫੂਕ ਭਰੀ ਹੈ, ਜਿਸ ਤਰ੍ਹਾਂ ਗੁਬਾਰੇ 'ਚ ਫੂਕ ਭਰੀ ਦੀ ਹੈ ਤੇ ਗੁਬਾਰਾ ਜ਼ਿੰਦਾ ਹੋ ਜਾਂਦਾ ਤੇ ਇੱਧਰ ਉੱਧਰ ਫਿਰਨ ਲੱਗ ਪੈਂਦਾ, ਇਸੇ ਤਰ੍ਹਾਂ ਅੱਲਾਹ ਦੀ ਫੂਕ ਜਦੋਂ ਅੰਦਰ ਇਨਸਾਨ ਇਹ ਸਮਝ ਜਾਵੇ ਕਿ ਸਾਡੀ ਰੂਹ ਜਿਹੜਾ ਅੱਲਾਹ ਦਾ ਇੱਕ ਹਿੱਸਾ ਹੈ ਤੇ ਅਸੀਂ ਆਪਣੇ ਆਪ ਨੂੰ ਕਿੱਡਾ ਗਿਰਾ ਲਿਆ ਹੈ, एडी वड्डी हस्ती नाल सी मुंसलिक हाँ, ते इकबाल भी यही कहते हैं कि तू उठ, अपनी दुनिया आप पैदा कर, अगर जिंदों में किसी और ने नहीं तेरे वास्ते कोरोना दा जेड़ा इलाज तक तू नहीं दरियाफ्त कर सकिया, वो किसी और ने पेंसिलीन तक किसी और ने इजाद की थी, तू की कीता, इसलिए अपनी दुनिया आप पैदा कर अगर जिंदों में है, सिर्रे आदम है ज़मीरे कुन फिका है जिंदगी। ਤੇ ਇਕਬਾਲ ਜਿਹੜੇ ਨੇ ਉਹ ਆਪਣੀ ਦੁਨੀਆ ਆਪ ਪੈਦਾ ਕਰਨ ਦੀ ਕਰਦੇ ਨੇ, ਔਰ ਨੌਜਵਾਨਾਂ ਨੂੰ ਖਾਸ ਤੌਰ ਤੇ ਉਹਨਾਂ ਨੇ ਮੁਖਾਤਬ ਕਰਕੇ ਹੀ ਕਿਹਾ ਕਿ खुदा तुझे किसी तूफान से आशना कर दे कि तेरे बहर के मौजों में इस्तराब नहीं, अपनियां बहर दियां मौजां, समंदर दियां मौजां, इस्तराब पैदा कर, तूफान बर्पा कर, हंगामे बर्पा कर, ताकि दुनिया समझे कि तू भी कोई चीज है। हंगामे तो मुराद ये नहीं कि तलवार बंदूक चुक ते सारी दुनिया ना, मतलब कोई इजाद कर, कोई काम कर, कोई अपनियां ऐसियां तामीरी काम कर, क्योंकि अगे तू ही संभालना है नौजवान अपनी कौम नू। मतलब साडा ते जेडे सीनियर लोग ने उन्हां दी ते की विरासत उन्हां दे नौजवान ही ने, बिल्कुल साडा मुस्तकबिल दौर जेडी उन्हां दे हाथे च, अगर ओही डगमगान या उन्हां नू कोई उस शिप नू चलान दी सलाहियत ही ना होवे या जहाज नू चलान दी, ते जहाज ने की करना, डोले खाएगा, डूब जाएगा। बिल्कुल ऐसे तरह। बहुत शुक्रिया ਜਿਹੜਾ ਮਿਸ ਮਲਕਾ ਰਿਜ਼ਵਾਨਾ ਸਾਡੇ ਨਾਲ ਮੌਜੂਦ ਨੇ। ਅਸੀਂ ਆਪਣੇ ਨਾਜ਼ਰੀਨ ਨੇ ਜਿਹੜੇ ਸੁਣਨ ਵਾਲੇ ਨੇ ਸਾਡੇ, ਅਸੀਂ ਉਹਨਾਂ ਨੂੰ ਦੱਸਦੇ ਚੱਲਾਂ ਕਿ ਸਾਡੇ ਨਾਲ ਜਿਨ੍ਹਾਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਉਹਨਾਂ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਬੜਾ ਜ਼ਰੂਰੀ ਹੈ। ਅਹਿਮਦ ਮਲਿਕ ਸਾਹਿਬ ਕਹਿੰਦੇ ਨੇ ਗ੍ਰੇਟ, ਵਿਕਾਸ ਸ਼ਬੀਰ ਸਾਹਿਬ ਕਹਿੰਦੇ ਨੇ FM ਪ੍ਰੋਗਰਾਮ ਬੜਾ ਮਾਲੂਮਾਤੀ ਹੈ, ਮੇਰੀ ਦਰਖਾਸਤ ਹੈ ਕਿ ਇਹਦੀ ਨਸ਼ਰੀਆਤ ਜਿਹੜੀ 24 ਘੰਟੇ ਚਲਾਈਆਂ ਜਾਣ। ਬਹੁਤ ਸ਼ੁਕਰੀਆ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਬਹੁਤ ਜਲਦ ਜਿਹੜਾ ਅਸੀਂ 24 ਘੰਟੇ ਤੇ ਇਹਦੀ ਨਸ਼ਰੀਆਤ ਜਿਹੜੀ ਉਹ ਕਰ ਦੇਵਾਂਗੇ। ਅਸੀਂ ਜਿਹੜਾ ਹੈ ਇਸ ਗੱਲਬਾਤ ਦਾ ਸਿਲਸਿਲਾ ਜਿਹੜਾ ਇਹਨੂੰ ਅੱਗੇ ਵਧਾਵਾਂਗੇ ਤੇ ਅਸੀਂ ਇੱਕ ਵਧੀਆ ਜਿਹਾ ਕਲਾਮ ਸੁਣਨੇ ਆ, ਸੁਣ ਕੇ ਵਾਪਸ ਆਉਂਦੇ ਆ ਤੇ ਮੈਡਮ ਮਲਕਾ ਰਿਜ਼ਵਾਨਾ ਨਾਲ ਇੱਥੋਂ ਹੀ ਗੱਲਬਾਤ ਸ਼ੁਰੂ ਕਰਾਂਗੇ। ਜਿਹੜਾ ਤੁਸੀਂ ਸੁਣ ਰਹੇ ਹੋ FM 99.4 ਤੇ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿਲ੍ਹੇ ਹੁਮਾ। ਇੱਕ ਕਲਾਮ ਸੁਣਨੇ ਆ ਤੇ ਕਲਾਮ ਸੁਣ ਕੇ ਵਾਪਸ ਆਉਂਦੇ ਆ। ਅਸੀਂ ਮੁੜ ਕੇ ਵਾਪਸ ਆ ਗਏ ਹਾਂ। ਤੁਸੀਂ ਸੁਣ ਰਹੇ ਸੋ ਇਲਾਮਾ ਇਕਬਾਲ ਦਾ ਕਲਾਮ ਜਿਹੜਾ ਹਰ ਲਹਿਜ਼ਾ ਹੈ ਮੋਮਿਨ ਕੀ, ਨੂਰ ਜਹਾਨ ਦੀ ਆਵਾਜ਼ ਵਿੱਚ। ਤੇ ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿਲ੍ਹੇ ਹੁਮਾ ਤੇ ਮੈਂ ਅੱਜ ਆਪਣੀ ਮਹਿਮਾਨ ਦਾ ਬਹੁਤ ਸ਼ੁਕਰੀਆ ਅਦਾ ਕਰਾਂਗੀ ਮਿਸ ਮਲਿਕਾ ਰਿਜ਼ਵਾਨਾ। ਬਹੁਤ ਚੰਗਾ ਲੱਗਾ, ਬਹੁਤ ਵਧੀਆ ਲੱਗਾ, ਤੁਸੀਂ ਇੰਨਾ ਜ਼ਬਰਦਸਤ ਤਰੀਕੇ ਨਾਲ ਇਕਬਾਲ ਦਾ ਜਿਹੜਾ ਫਿਕਰ ਹੈ, ਉਹਦਾ ਜਿਹੜਾ ਫਲਸਫਾ ਹੈ, ਉਹਨੂੰ ਇੰਨਾ ਅੱਛਾ ਜਿਹੜਾ ਹੈ ਪ੍ਰੋਗਰਾਮ ਵਿੱਚ ਵਾਈਂਡ ਅਪ ਕੀਤਾ ਨਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਮੈਨੂੰ ਜੀ ਆਇਆਂ ਨੂੰ ਆਖਿਆ ਔਰ ਮੈਨੂੰ ਮੇਰਾ ਮਾਣ ਵਧਾਇਆ ਔਰ ਮੈਨੂੰ ਬੁਲਾਇਆ। ਔਰ ਮੈਂ ਸ਼ੁਕਰ ਹੈ ਮੈਂ ਇਕਬਾਲ ਦੇ ਬਾਰੇ 'ਚ ਮੈਨੂੰ ਇੰਨਾ ਅੱਲਾਹ ਤਾਲਾ ਨੇ ਹਿੰਮਤ ਦਿੱਤੀ ਔਰ ਇੰਨੀ ਤਾਕਤ ਦਿੱਤੀ ਹੈ ਕਿ ਮੈਂ ਉਸ ਹੱਦ ਤੱਕ ਤਾਂ ਨਹੀਂ ਪਹੁੰਚ ਸਕਦੀ, ਲੇਕਿਨ ਚਲੋ ਥੋੜਾ ਬਹੁਤ ਮੈਂ ਆਪਣਾ ਫਰਜ਼ ਜਿੰਨਾ ਸੀ ਉਹ ਇੱਕ ਰਹਿਨੁਮਾ ਦੀ ਹੈਸੀਅਤ ਨੂੰ ਬਿਆਨ ਕਰਨ ਵਿੱਚ ਆਪਣਾ ਅਦਾ ਕੀਤਾ ਤੇ ਮੈਂ ਵੀ ਤੁਹਾਡਾ ਦਿਲੀ ਤੌਰ ਤੇ ਸ਼ੁਕਰੀਆ ਅਦਾ ਕਰਨੀ। ਬਹੁਤ ਸ਼ੁਕਰੀਆ ਤੁਹਾਡਾ। ਆਪਣੇ ਨਾਜ਼ਰੀਨ ਨੇ ਜਿਹੜੇ ਆਪਣੇ ਸੁਣਨ ਵਾਲੇ ਨੇ ਜਿਹੜੇ ਪਿੰਡੀ ਇਸਲਾਮਾਬਾਦ ਤੇ ਆਲੇ ਦੁਆਲੇ ਦੇ ਇਲਾਕਿਆਂ 'ਚ, ਉਹਨਾਂ ਸਾਰਿਆਂ ਨੂੰ ਮੈਂ ਜਿਹੜਾ ਇਹ ਦੱਸਦੀ ਚੱਲਾਂਗੀ, ਮੈਂ ਤੁਹਾਡੀ ਮੇਜ਼ਬਾਨ ਡਾਕਟਰ ਜ਼ਿਲ੍ਹੇ ਹੁਮਾ। ਤੁਸੀਂ ਸੁਣ ਰਹੇ 99.4 FM ਰਾਵਲਪਿੰਡੀ, ਪੰਜਾਬ ਰੰਗ ਰਾਵਲਪਿੰਡੀ। ਤੇ ਜਿਹੜਾ ਇਹ ਅੱਜ ਦੇ ਪ੍ਰੋਗਰਾਮ ਦੇ ਅਸੀਂ ਗੱਲਬਾਤ ਕਰ ਰਹੇ ਸਾਂ 21 ਅਪ੍ਰੈਲ ਦੇ ਹਵਾਲੇ ਨਾਲ ਡਾਕਟਰ ਅਲਾਮਾ ਮੁਹੰਮਦ ਇਕਬਾਲ ਸਾਹਿਬ ਦੀ ਥਾਟ, ਉਹਨਾਂ ਦੇ ਫਲਸਫਾ ਹੁਦੀ ਤੇ ਉਹਨਾਂ ਦੀ ਫਿਕਰ ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਨੌਜਵਾਨਾਂ ਲਈ ਜਜ਼ਬਾ ਸੀ, ਜਿਹੜਾ ਜੋ ਕਿ ਉਹ ਜਿਹੜਾ ਸਾਡੇ ਨੌਜਵਾਨ ਨੂੰ ਜਿਸ ਤਰ੍ਹਾਂ ਵੇਖਣਾ ਚਾਹੁੰਦੇ ਸੀ, ਇੱਕ ਅੱਛਾ ਮੁਸਲਮਾਨ ਬਣਨ ਦੀ ਜਿਹੜੀ ਸਾਨੂੰ ਇੱਕ ਰੂਹ ਉਹਨਾਂ ਦੀ ਸ਼ਾਇਰੀ ਵਿੱਚ ਨਜ਼ਰ ਆਉਂਦੀ ਹੈ, ਤੇ ਉਹਦੇ ਤੇ ਅਸੀਂ ਗੱਲਬਾਤ ਕਰ ਰਹੇ ਸੀ। ਅਸੀਂ ਉਹਨਾਂ ਤਮਾਮ ਲੋਕਾਂ ਦਾ ਜਿਹੜਾ ਸ਼ੁਕਰੀਆ ਵੀ ਅਦਾ ਕਰਾਂਗੇ, ਆਪਣੇ ਲਿਸਨਰਸ ਦਾ ਜਿਨ੍ਹਾਂ ਨੇ ਸਾਡੇ ਨਾਲ ਸਾਡੇ ਸੋਸ਼ਲ ਮੀਡੀਆ ਪੇਜ ਦੇ ਥਰੂ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਬਹੁਤ ਸ਼ੁਕਰੀਆ ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਹੈ ਜਿਹੜੀ ਕਿ ਸਾਨੂੰ ਜ਼ਿੰਦਾ ਰੱਖਦੀ ਹੈ। ਤੇ ਇਨਸ਼ਾਅੱਲਾ ਜਿਹੜਾ ਹੈ ਫਿਰ ਅਸੀਂ ਕਿਸੇ ਮੁਸਤਕਬਲ ਵਿੱਚ ਕਿਸੇ ਅੱਛੇ ਪ੍ਰੋਗਰਾਮ ਨਾਲ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ ਤੇ ਮਿਲ ਬੈਠਾਂਗੇ ਤੇ ਗੱਪ ਲਾਂਗੇ। ਫਿਲਹਾਲ ਜਿਹੜਾ ਹੈ ਮੈਨੂੰ ਸਾਨੂੰ ਇਜਾਜ਼ਤ ਦਿਓ ਤੇ ਇਨਸ਼ਾਅੱਲਾ ਜਿਹੜਾ ਫਿਰ ਮੁਲਾਕਾਤ ਹੋਏਗੀ। ਖੁਦਾ ਹਾਫਿਜ਼।